ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਕਸ਼ਮੀਰ ਦੇ ਵਿੱਚ ਜੋ ਪਿਛਲੇ 2-3 ਦਿਨ ਤੋਂ ਵਾਪਰ ਰਹੀਆਂ ਘਟਨਾਵਾਂ ਨੇ ਉਹਨਾਂ ਉੱਤੇ ਚਰਚਾ ਕਰਦੇ ਆਂ। ਤੇ ਹੁਣ ਜਦੋਂ ਕਿ ਧਾਰਾ 370 ਤੇ 35 ਏ ਉਹ ਪਾਰਲੀਮੈਂਟ ਦੇ ਵਿੱਚ ਕੱਲ ਖਤਮ ਕਰ ਦਿੱਤੀਆਂ ਗਈਆਂ ਨੇ, ਤੇ ਜਿਵੇਂ ਕਿ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਵਿੱਚ ਇੱਕ ਖਾਸ ਤਬਕੇ ਨੇ ਆਪਦੀਆਂ ਫਿਰਕੂ ਭਾਵਨਾਵਾਂ ਨੂੰ ਜ਼ਾਹਿਰ ਕਰਦਿਆਂ ਹੋਇਆਂ ਲੱਡੂ ਵੰਡੇ ਸੀ, ਭੰਗੜੇ ਪਾਏ ਸੀ। ਉਸੇ ਤਰੀਕੇ ਦੇ ਨਾਲ ਭਾਰਤ ਦੇ ਅੱਡ-ਅੱਡ ਥਾਵਾਂ ਦੇ ਵਿੱਚ ਖੁਸ਼ੀ ਮਨਾਈ ਜਾ ਰਹੀ ਆ, ਲੱਡੂ ਵੰਡੇ ਜਾ ਰਹੇ ਆ, ਭੰਗੜੇ ਪਾਏ ਜਾ ਰਹੇ ਨੇ, ਤੇ ਉਹਨਾਂ ਲੋਕਾਂ ਨੂੰ ਹੋਰ ਦੁਖੀ ਕੀਤਾ ਜਾ ਰਿਹਾ ਜਿਹੜੇ ਪਹਿਲਾਂ ਹੀ ਪਾਰਲੀਮੈਂਟ ਦੇ ਵਿੱਚ ਭਾਰਤੀ ਹਕੂਮਤੀ ਮਸ਼ੀਨਰੀ ਵੱਲੋਂ ਲਏ ਇਸ ਫੈਸਲੇ ਤੋਂ ਦੁਖੀ ਨੇ। ਤੋਂ ਉਹਨਾਂ ਦੇ ਦੁੱਖ ਦੇ ਵਿੱਚੋਂ ਸਵਾਦ ਲੈਣ ਵਾਲੀ ਬਿਰਤੀ ਆ ਜਿਹੜੀ ਉਹ ਉਸੇ ਹਿੰਦੂ ਕੱਟੜਪੰਥੀ ਬ੍ਰਾਹਮਣਵਾਦੀ ਆਰੀਅਨ ਜਿਹੜੀ ਨਸਲ ਆ ਉਹਦਾ ਪੈਦਾ ਕੀਤਾ ਹੋਇਆ ਫਤੂਰ ਆ। ਨਹੀਂ ਤਾਂ ਆਮ ਤੌਰ ਦੇ ਉੱਤੇ ਜਦੋਂ ਕਿਸੇ ਨੂੰ ਆਪਾਂ ਜ਼ਖਮੀ ਬੰਦੇ ਨੂੰ ਦੇਖਦੇ ਆ ਜਾਂ ਕਿਸੇ ਪੀੜ ਨਾਲ ਸੰਤਾਪ ਨਾਲ ਭਰੇ ਬੰਦੇ ਨੂੰ ਦੇਖਦੇ ਆ ਤਾਂ ਆਪਾਂ ਚਾਹੇ ਕਿੰਨੇ ਵੀ ਪੱਥਰ ਦਿਲ ਹੋਈਏ, ਕਿੰਨੇ ਵੀ ਬੇਕਿਰਕ ਹੋਈਏ, ਆਪਣੇ ਮਨ ਵਿੱਚ ਕੁਝ ਪਲਾਂ ਲਈ ਇਹ ਜ਼ਰੂਰ ਆਉਂਦਾ ਕਿ ਜੇ ਅਸੀਂ ਇਹਦੇ ਦੁੱਖ ਨੂੰ ਖਤਮ ਨਹੀਂ ਕਰ ਸਕਦੇ ਤੇ ਤਾਂ ਅਸੀਂ ਕੁਝ ਇਹੋ ਜਿਹਾ ਤਾਂ ਨਾ ਕਰੀਏ ਜਿਹਦੇ ਨਾਲ ਇਹਦਾ ਦੁੱਖ ਹੋਰ ਵਧੇ। ਪਰ ਲੱਡੂ ਵੰਡੇ ਜਾ ਰਹੇ ਨੇ, ਭੰਗੜੇ ਪਾਏ ਜਾ ਰਹੇ ਨੇ, ਕਿਉਂਕਿ ਜਿਹੜਾ ਮਨ ਦੇ ਵਿੱਚ ਹੈਗਾ ਕਿ ਅਸੀਂ ਕਸ਼ਮੀਰੀਆਂ ਦਾ ਜਿਹੜਾ ਹੈ ਬਹੁਤ ਵੱਡਾ ਨੁਕਸਾਨ ਕਰ ਦਿੱਤਾ ਹੈਗਾ ਤੇ ਇੱਕ ਬਹੁਤ ਵੱਡੀ ਸੱਟ ਮਾਰੀ ਆ ਕਸ਼ਮੀਰੀ ਮਾਨਸਿਕਤਾ ਨੂੰ, ਕਸ਼ਮੀਰੀ ਲੋਕਾਂ ਨੂੰ, ਕਸ਼ਮੀਰ ਦੇ ਵਸਿੰਦਿਆਂ ਨੂੰ। ਉਵੇਂ ਹੀ ਜਿਵੇਂ 1984 ਦੇ ਵਿੱਚ ਪੰਜਾਬ ਦੇ ਲੋਕਾਂ ਦੇ ਉੱਤੇ, ਸਿੱਖਾਂ ਦੇ ਉੱਤੇ ਸੱਟ ਮਾਰ ਕੇ ਲੱਡੂ ਵੰਡੇ ਗਏ ਸੀ, ਭੰਗੜੇ ਪਾਏ ਗਏ ਸੀ ਕਿ ਅਸੀਂ ਆਹ ਦੇਖੋ ਕੀ ਕਰਕੇ ਦਿਖਾਤਾ। ਤੋਂ 370 ਧਾਰਾ ਜਿਹੜੀ ਕਿ ਉਹਨਾਂ ਨੂੰ ਕਸ਼ਮੀਰ ਨੂੰ ਇੱਕ ਵੱਖਰੇ ਸਟੇਟਸ ਦਾ ਮਤਲਬ ਮਾਣ ਬਖਸ਼ਦੀ ਸੀ, ਜਿਹਦੇ ਕਰਕੇ ਉਹਨਾਂ ਨੂੰ ਇਹ ਸੀਗਾ ਕਿ ਹੋਰ ਬੜਾ ਕੁਝ ਹੋ ਰਿਹਾ ਸਾਡੇ ਨਾਲ, ਪਰ ਧਾਰਾ 370 ਥੋੜੀ ਤੋੜ ਦੇਣਗੇ। ਥੋੜੇ ਸਮਾਂ ਪਹਿਲਾਂ ਹੀ ਮੈਂ ਕਸ਼ਮੀਰ ਦੇ ਵਿੱਚ ਪਰਿਵਾਰਕ ਤੌਰ ਦੇ ਉੱਤੇ ਜਿਹੜਾ ਘੁੰਮਣ ਫਿਰਨ ਗਿਆ ਸੀ ਤੇ ਉਦੋਂ ਉੱਥੇ ਦੇ ਲੋਕਾਂ ਦੇ ਜਿਹੜੇ ਮਨੋਭਾਵ ਸੀਗੇ ਉਹ ਇਹੀ ਸੀਗੇ ਕਿ ਅਸੀਂ ਜਿਹੜਾ ਹੈਗਾ 370 ਧਾਰਾ ਦੇ ਕਰਕੇ ਥੋੜਾ ਬਹੁਤਾ ਸਾਡਾ ਬਚਾਅ ਹੈਗਾ ਤੇ ਨਹੀਂ ਤਾਂ ਬਹੁਤ ਸਾਡਾ ਮਾੜਾ ਹਾਲ ਹੋਣਾ ਸੀ। ਤੋਂ ਜਦੋਂ ਹੁਣ 370 ਧਾਰਾ ਵੀ ਜਿਹੜੀ ਆ ਉਡਾ ਦਿੱਤੀ ਗਈ ਆ ਤਾਂ ਜਿਹੜੇ ਲੋਕ ਅਜੇ ਤੱਕ ਕੋਈ ਨਾ ਕੋਈ ਵਿਚਾਲੇ ਉਸ ਹੱਦ ਤੱਕ ਮਤਲਬ ਇੰਡੀਆ ਦੇ ਅਗੇਂਸਟ ਨਹੀਂ ਸੀ ਭੁਗਤਦੇ ਜਿਸ ਹੱਦ ਤੱਕ ਉਹਨਾਂ ਦੇ ਬਾਕੀ ਸਾਥੀ ਜਿਹੜੇ ਸੀ ਪਹੁੰਚ ਚੁੱਕੇ ਸੀਗੇ, ਹੁਣ ਬਾਕੀ ਸਾਰੇ ਕਸ਼ਮੀਰੀਆਂ ਨੂੰ ਉਸ ਹੱਦ ਤੋਂ ਪਾਰ ਕਰ ਦਿੱਤਾ ਹੈਗਾ। ਹੁਣ ਮਤਲਬ ਸਿੱਧਮ ਸਿੱਧੀ ਗੱਲ ਹੋ ਗਈ ਆ ਕਿ ਭਾਰਤੀ ਹਕੂਮਤੀ ਮਸ਼ੀਨਰੀ ਉਹਨਾਂ ਸਾਰੇ ਕਸ਼ਮੀਰੀਆਂ ਦਾ ਘਾਣ ਕਰਨ ਕਰਕੇ, ਇਹ ਗੱਲ ਮੈਂ ਬੜੀ ਬੁਰੀ ਤਰ੍ਹਾਂ ਫੀਲ ਕੀਤੀ ਆ, ਉੱਥੇ ਮਹਿਸੂਸ ਕੀਤੀ ਆ, ਬੜੀ ਸ਼ਿੱਦਤ ਨਾਲ ਇਸ ਗੱਲ ਨੂੰ ਮੈਂ ਜਾਣਦਾ ਕਿ ਕਸ਼ਮੀਰੀਆਂ ਦਾ ਸਾਰਿਆਂ ਦਾ ਸਰੀਰਕ ਤੌਰ ਤੇ ਖਾਤਮਾ ਕਰਕੇ ਹੀ ਕਸ਼ਮੀਰ ਨੂੰ ਆਪਦੇ ਅਧੀਨ ਰੱਖਿਆ ਜਾ ਸਕੂਗਾ ਦਿੱਲੀ ਵੱਲੋਂ। ਤੋਂ ਦਿੱਲੀ ਨੇ ਵੀ ਇਸ ਗੱਲ ਨੂੰ ਸਾਡੇ ਨਾਲੋਂ ਜ਼ਿਆਦਾ ਬਿਹਤਰ ਜਾਣਦੇ ਆ, ਤੋਂ ਦਿੱਲੀ ਨੇ ਵੀ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝਿਆ ਹੋਇਆ। ਤੋਂ ਇਸ ਕਰਕੇ ਇਹ ਸਾਫ਼ ਜੀ ਗੱਲ ਆ ਕਿ ਹੁਣ ਕਸ਼ਮੀਰ ਦੇ ਲੋਕਾਂ ਦਾ ਘਾਣ ਹੋਏਗਾ, ਬੜੇ ਵੱਡੇ ਪੱਧਰ ਦੇ ਉੱਤੇ ਉੱਥੇ ਖੂਨ ਖਰਾਬੇ ਹੋਣਗੇ, ਲੋਕਾਂ ਨੂੰ ਉਕਸਾਇਆ ਜਾਵੇਗਾ, ਘਰੋਂ ਕੱਢਿਆ ਜਾਵੇਗਾ, ਮਾਰਿਆ ਜਾਵੇਗਾ। ਜਿਵੇਂ 1984 ਦੇ ਮੌਕੇ ਜਦੋਂ ਵੱਡੇ ਉਹਨਾਂ ਨੇ ਇੱਕ ਗੱਲ ਕਰ ਲਈ, ਜਿਵੇਂ ਉਹਨਾਂ ਤੇ ਅੱਜ ਅਟੈਕ ਹੋਇਆ ਤੇ ਜਦੋਂ ਉਦੋਂ ਇੰਡੀਅਨ ਮਸ਼ੀਨਰੀ ਨੇ, ਇੰਡੀਅਨ ਸਿਸਟਮ ਨੇ ਸਿੱਖਾਂ ਨੂੰ ਵੱਡੀ ਸੱਟ ਦੇ ਕੇ ਪਹਿਲੋਂ ਘਰਾਂ ਤੋਂ ਕੱਢ ਲਿਆ ਤੇ ਇੱਕ ਪੀਪਲਸ ਮੂਵਮੈਂਟ ਉੱਠ ਖੜੀ ਤੇ ਇੱਕ ਜਿਹੜੀ ਸੀ ਗਰੀਲਾ ਜ਼ਿੰਦਗੀ, ਗਰੀਲਾ ਲਾਈਫ ਜਿਹੜੀ ਸੀ, ਗਰੀਲਾ ਹਥਿਆਰਬੰਦ ਸੰਘਰਸ਼ ਉਹ ਚੱਲ ਪਿਆ। ਤੋਂ ਦੋਨੇ ਤਰੀਕਿਆਂ ਦੇ ਨਾਲ ਸਿੱਖ ਸਾਈਕੀ ਨੂੰ ਬੜੇ ਕਰਾਰੇ ਝਟਕੇ ਜਿਹੜੇ ਨੇ ਉਸ ਦੌਰ ਵਿੱਚ ਮਾਰੇ ਗਏ ਸੀ। ਹੁਣ ਇਹੀ ਸਾਰਾ ਕੁਝ ਜਿਹੜਾ ਹੈ ਕਸ਼ਮੀਰ ਦੇ ਵਿੱਚ ਪਹਿਲਾਂ ਵੀ ਚੱਲ ਰਿਹਾ, ਪਰ ਹੁਣ ਜ਼ਿਆਦਾ ਹੋਰ ਵੱਡੇ ਪੱਧਰ ਤੇ ਸ਼ਿਕਾਰ ਖੇਡਿਆ ਜਾਊਗਾ ਕਸ਼ਮੀਰ ਦੀ ਜਵਾਨੀ ਦਾ। ਤੇ ਜਾਣ ਬੁੱਝ ਕੇ ਇਹੋ ਜਿਹੇ ਹਾਲਾਤ ਬਣਾਏ ਜਾਣਗੇ ਕਿ ਨੌਜਵਾਨ ਬੱਚੇ ਜਿਹੜੇ ਨੇ ਉਹ ਘਰਾਂ ਤੋਂ ਨਿਕਲਣ ਤੇ ਉਹਨਾਂ ਨੂੰ ਫਿਰ ਗੋਲੀਆਂ ਮਾਰੀਆਂ ਜਾਣ ਤੇ ਉਹਨਾਂ ਨੂੰ ਇਸ ਹੱਦ ਤੱਕ ਜਲੀਲ ਕੀਤਾ ਜਾਵੇ ਜਿਵੇਂ ਇੱਥੇ ਪੰਜਾਬ ਦੇ ਪਿੰਡਾਂ ਦੇ ਵਿੱਚ ਉਦੋਂ ਸਿੱਖ ਬੱਚਿਆਂ ਨੂੰ ਚੱਕ ਕੇ ਥਾਣਿਆਂ ਦੇ ਵਿੱਚ ਉਹਨਾਂ ਟਾਈਮ ਜਲੀਲ ਕਰਦੇ ਰਹਿੰਦੇ ਸੀ ਜਿੰਨਾ ਟਾਈਮ ਉਹ ਘਰ ਆ ਕੇ ਇਹ ਕਹਿਣ ਜੋਗਾ ਨਹੀਂ ਸੀ ਹੋ ਜਾਂਦਾ ਇੰਨੇ ਜਲੀਲ ਹੋਣ ਤੋਂ ਬਾਅਦ ਬਾਪੂ ਹੁਣ ਘਰ ਬਹਿ ਕੇ ਮੈਨੂੰ ਔਖਾ ਲੱਗਦਾ, ਮੈਂ ਤਾਂ ਹੁਣ ਜਿਹੜਾ ਸੰਘਰਸ਼ ਵਿੱਚ ਜਾਣਾ। ਤੋਂ ਇਹ ਚੀਜ਼ ਇੰਡੀਆ ਨੂੰ ਵਾਰਾ ਖਾਂਦੀ ਆ ਕਿਉਂਕਿ ਇੰਡੀਅਨ ਫੌਜ ਜਿਹੜੀ ਆ ਉਹ ਚੱਪੇ ਚੱਪੇ ਉੱਤੇ ਤਾਇਨਾਤ ਆ ਤੇ ਕਿਸੇ ਵੀ ਜੁਝਾਰੂ ਦੀ ਜਿਹੜੀ ਜ਼ਿੰਦਗੀ ਆ
ਉਹ ਕਿਸੇ ਦੀ 15 ਦਿਨ ਜਾਂ 2 ਸਾਲ ਜਾਂ 4 ਸਾਲ ਜਿੰਨੇ ਵੀ ਹੈ ਉਹ ਹੁੰਦੀ ਜ਼ਰੂਰ ਆ, ਪਰ ਅੰਤ ਉਹ ਦਿੱਲੀ ਦਰਬਾਰ ਦੀ ਗੋਲੀ ਦਾ ਸ਼ਿਕਾਰ ਬਣ ਹੀ ਜਾਣਾ ਹੁੰਦਾ। ਤੇ ਇਹ ਇਦਾਂ ਸ਼ਹੀਦਾਂ ਦੀਆਂ ਲਿਸਟਾਂ ਜਿਹੜੀਆਂ ਨੇ ਉਹਨਾਂ 'ਚ ਵਾਧਾ ਹੁੰਦਾ ਰਹਿੰਦਾ। ਤੇ ਭਾਰਤੀ ਹਕੂਮਤੀ ਮਸ਼ੀਨਰੀ ਜਿਹੜੀ ਆ ਉਹ ਗਰੀਬ ਮਾਵਾਂ ਦੇ ਪੁੱਤ ਜਿਹੜੇ ਫੌਜ ਵਿੱਚ ਭਰਤੀ ਹੋਏ ਨੇ, ਕਿਉਂਕਿ ਫੌਜ ਦੇ ਵਿੱਚ ਕੋਈ ਅਮੀਰਜ਼ਾਦੇ ਨਹੀਂ ਭਰਤੀ ਹੁੰਦੇ, ਆਮ ਜਿਹੜੇ ਸਮਾਜ ਦੇ ਵਿੱਚ ਮਿਡਲ ਕਲਾਸ ਲੋਕ ਨੇ ਜਾਂ ਲੋਅਰ ਕਲਾਸ ਲੋਕ ਨੇ, ਜਿਹੜੀ ਐਲੀਟ ਆ ਉਹਨਾਂ ਨੇ ਤਾਂ ਐਮਐਲਏ ਐਮਪੀ ਤੇ ਹੋਰ ਬਣਨਾ ਹੁੰਦਾ, ਉਹਨਾਂ ਦੇ ਮੁੰਡਿਆਂ ਨੇ ਵੀ ਵੱਡੇ ਵੱਡੇ ਇੰਡਸਟਰੀਅਲਿਸਟ ਬਣਨਾ ਹੁੰਦਾ, ਵੱਡੇ ਵੱਡੀਆਂ ਪੋਸਟਾਂ ਤੇ ਜਾਣਾ ਹੁੰਦਾ। ਤੋ ਇਹ ਜਿਹੜਾ ਕਤਲੋਗਾਰਦ ਦਾ ਮਹਿਕਮਾ ਫੌਜ ਖਾਸ ਤੌਰ ਤੇ ਪੁਲਿਸ ਜਿਹੜੀ ਆ ਇਹ ਮਿਡਲ ਕਲਾਸ ਦਾ ਜਾਂ ਜਿਹੜੀ ਲੋਅਰ ਮਿਡਲ ਕਲਾਸ ਆ ਉਹਦੇ ਚੋਂ ਜਦੋਂ ਭਰਤੀ ਹੋਏ ਹੁੰਦੇ ਨੇ ਉਹਨਾਂ ਤੋਂ ਇਹ ਕੰਮ ਲਿਆ ਜਾਂਦਾ ਕਿ ਤੁਸੀਂ ਕਸ਼ਮੀਰੀਆਂ ਨੂੰ ਮਾਰੋ, ਸਿੱਖਾਂ ਨੂੰ ਮਾਰੋ, ਨਾਗਿਆਂ ਨੂੰ ਮਾਰੋ, ਮਾਓਵਾਦੀਆਂ ਨੂੰ ਮਾਰੋ। ਤੋ ਇਸ ਤਰੀਕੇ ਨਾਲ ਇੱਕ ਕਾਤਲ ਮਸ਼ੀਨ ਜਿਹੜੀ ਆ ਇੰਡੀਅਨ ਹਕੂਮਤੀ ਮਸ਼ੀਨਰੀ ਨੇ ਤਿਆਰ ਕੀਤੀ ਹੋਈ ਆ। ਤੇ ਉਹ ਜਿਹੜੀ ਮਸ਼ੀਨ ਆ ਹੁਣ ਉਹ ਕਸ਼ਮੀਰ ਦੇ ਵਿੱਚ ਪੂਰੀ ਸ਼ਿੱਦਤ ਦੇ ਨਾਲ ਉੱਥੇ ਦੇ ਲੋਕਾਂ ਨੂੰ ਮਾਰੂਗੀ, ਕਿਉਂਕਿ ਉਹ ਭਾਰਤ ਦੀ ਅਧੀਨਗੀ ਨਹੀਂ ਮੰਨਦੇ, ਉਹ ਆਜ਼ਾਦੀ ਨਾਲ ਜਿਉਣਾ ਚਾਹੁੰਦੇ ਨੇ, ਨਾ ਉਹ ਹਿੰਦੁਸਤਾਨ ਦੇ ਗੁਲਾਮ ਰਹਿਣਾ ਚਾਹੁੰਦੇ ਆ, ਨਾ ਉਹ ਪਾਕਿਸਤਾਨ ਦੇ ਗੁਲਾਮ ਰਹਿਣਾ ਚਾਹੁੰਦੇ ਆ, ਉਹ ਵੱਖਰੇ ਤੌਰ ਦੇ ਉੱਤੇ ਆਜ਼ਾਦੀ ਮੰਗਦੇ ਆ। ਤੇ ਇਸ ਹੱਦ ਤੱਕ ਉਹਨਾਂ ਨੂੰ ਲੈ ਕੇ ਜਾਣ ਦੇ ਲਈ ਜਿਹੜੇ ਨੇ ਉਹ ਵੀ ਭਾਰਤੀ ਹਕੂਮਤੀ ਸਿਸਟਮ ਦੀਆਂ ਗੰਦੀਆਂ ਨੀਤੀਆਂ ਜਿਹੜੀਆਂ ਨੇ ਉਹ ਜ਼ਿੰਮੇਵਾਰ ਨੇ। ਔਰ ਇਕੱਲੇ ਕਸ਼ਮੀਰ ਦੇ ਲੋਕ ਕਿਉਂ, ਭਾਰਤ ਦੇ ਅੱਡ-ਅੱਡ ਖਿੱਤਿਆਂ ਦੇ ਵਿੱਚ ਇਸ ਤਰੀਕੇ ਦੇ ਬਹੁਤ ਸਾਰੇ ਜਿਹੜੇ ਵਰਤਾਰੇ ਸਾਡੇ ਸਾਹਮਣੇ ਆ। ਮਾਓਵਾਦੀਆਂ ਨੂੰ ਹਥਿਆਰ ਕਿਹਨੇ ਚੁਕਵਾਏ ਨੇ? ਉਹਨਾਂ ਨੂੰ ਤਾਂ ਕਿਸੇ ਪਾਕਿਸਤਾਨ ਨੇ ਹਥਿਆਰ ਨਹੀਂ ਚੁਕਵਾਏ ਨਾ। ਤੇ ਨਾਗਾਲੈਂਡ ਉੱਥੇ ਹੁਣ ਵੱਖਰਾ ਝੰਡਾ ਜਾਂ ਹੋਰ ਵੱਖਰਾ ਕਨਸਟੀਟਿਊਸ਼ਨ ਜਿਹੜਾ ਹੈਗਾ ਉੱਥੇ ਮੰਨਣ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਨੇਗੀਆਂ ਕਿ ਇੰਡੀਅਨ ਸਿਸਟਮ, ਇਹੀ ਮੋਦੀ ਗੌਰਮੈਂਟ ਅਮਿਤ ਸ਼ਾਹ ਵਰਗੇ ਜਿਹੜੇ ਨੇ ਇਹ ਡੀਲ ਉਹਨਾਂ ਨਾਲ ਕਰ ਰਹੇ ਨੇ ਕਿ ਉੱਥੇ ਉਹਨਾਂ ਨੂੰ ਨਾਗਾਲੈਂਡ ਵਾਲੇ ਲੋਕਾਂ ਨੂੰ ਵੱਖਰਾ ਝੰਡਾ ਤੇ ਵੱਖਰਾ ਕਨਸਟੀਟਿਊਸ਼ਨ ਬਣਾਉਣ ਦੀਆਂ ਅਸੀਂ ਇਜਾਜ਼ਤ ਦਿੰਦੇ ਹਾਂ। ਤਾਂ ਉੱਥੇ ਤਾਂ ਇੱਕ ਪਾਸੇ ਹੋਰ ਵੀ ਬਹੁਤ ਸਾਰੇ ਥਾਵਾਂ ਦੇ ਉੱਤੇ ਜਿਹੜਾ ਹੈ ਉਹੋ ਜਿਹਾ ਸਟੇਟਸ ਜਾਂ ਉਹੋ ਜਿਹੇ ਵੱਖਰੀ ਕੁਝ ਸਹੂਲਤਾਂ ਅੱਡ-ਅੱਡ ਸੂਬਿਆਂ ਨੂੰ ਦਿੱਤੀਆਂ ਹੋਈਆਂ ਨੇ। ਜੇ ਕਸ਼ਮੀਰ ਦੇ ਵਿੱਚ ਉੱਥੋਂ ਦੇ ਉਸ ਟਾਈਮ ਦੇ ਹਾਲਾਤ, ਮਾਹੌਲ ਨੂੰ ਔਰ ਉੱਥੋਂ ਦੇ ਲੋਕਾਂ ਦੀ ਭਾਵਨਾ ਨੂੰ ਮੁੱਖ ਰੱਖਦਿਆਂ ਹੋਇਆਂ ਇਹ ਸ਼ਰਤਾਂ ਆਈਆਂ ਨੇ, ਇਹ ਧਾਰਾਵਾਂ ਬਣੀਆਂ ਨੇ ਕਿ ਗੈਰ ਜਿਹੜਾ ਕਸ਼ਮੀਰੀ ਆ ਜਾਂ ਦੂਜੇ ਸੂਬਿਆਂ ਦਾ ਜਾ ਕੇ ਉੱਥੇ ਜ਼ਮੀਨ ਜਾਇਦਾਦ ਨਹੀਂ ਖਰੀਦ ਸਕਦਾ, ਤਾਂ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਜਿਹੜਾ ਹੈਗਾ ਇਹ ਇਸ ਤਰ੍ਹਾਂ ਹੀ ਆ। ਹੋਰ ਵੀ ਕਈ ਸੂਬਿਆਂ ਨੂੰ ਵੱਖੋ ਵੱਖਰੇ ਤਰ੍ਹਾਂ ਦੀਆਂ ਸੁੱਖ ਸਹੂਲਤਾਂ ਜਾਂ ਉੱਥੋਂ ਦੀਆਂ ਲੋਕਾਂ ਦੀਆਂ ਭਾਵਨਾਵਾਂ ਅਨੁਸਾਰ ਕਈ ਥਾਵਾਂ ਦੇ ਉੱਤੇ ਬੋਲੀ ਦੇ ਆਧਾਰ ਦੇ ਉੱਤੇ ਹੈਗਾ ਕਿ ਹਿੰਦੀ ਦੀ ਜਿਹੜੀ ਹਿੰਦੀ ਤੋਂ ਉਹ ਸੂਬੇ ਜਿਹੜੇ ਨੇ ਅਲਰਜਕ ਨੇ। ਤੇ ਉੱਥੇ ਕਿਹਾ ਜਾਂਦਾ ਹੈਗਾ ਕਿ ਚਲੋ ਜੀ ਜੇ ਇਹ ਲੋਕ ਜਿਹੜੇ ਨੇ ਆਪਦੀ ਮਾਂ ਬੋਲੀ ਨੂੰ, ਜਿਹੜੇ ਦੱਖਣ ਭਾਰਤੀ ਸੂਬੇ ਆ ਉੱਥੇ ਇਹ ਸਟੇਟਸ ਉਹਨਾਂ ਨੂੰ ਦੇਣਾ ਪੈਂਦਾ ਹੈਗਾ ਇਸੇ ਸਿਸਟਮ ਨੂੰ ਕਿ ਚਲੋ ਜੀ ਕੋਈ ਗੱਲ ਨਹੀਂ, ਹਿੰਦੀ ਇਹਨਾਂ ਤੇ ਨਾ ਥੋਪੋ। ਤਾਂ ਇਵੇਂ ਜੇਕਰ ਭਾਰਤ ਦੇ ਵੱਖ-ਵੱਖ ਖਿੱਤਿਆਂ ਦੇ ਵਿੱਚ ਵਸਦੇ ਹੋਏ ਲੋਕਾਂ ਨੂੰ ਬਹੁਤ ਸਾਰੀਆਂ ਇਹੋ ਜਿਹੀਆਂ ਸਹੂਲਤਾਂ ਦੇ ਕੇ ਨਾਲ ਰੱਖਣ ਦੇ ਯਤਨ ਹੋ ਰਹੇ ਨੇ, ਤੇ ਇਹਦੇ ਬਾਵਜੂਦ ਬਹੁਤ ਸਾਰੇ ਲੋਕਾਂ ਨੂੰ ਜਾਂ ਸੂਬਿਆਂ 'ਚ ਵਸਦੀਆਂ ਕੌਮਾਂ ਨੂੰ ਇਸ ਹੱਦ ਤੱਕ ਜਦੋਂ ਜਲੀਲ ਕਰ ਦਿੱਤਾ ਜਾਂਦਾ ਕਿ ਉਹ ਹਥਿਆਰ ਚੱਕਣ ਲਈ ਮਜਬੂਰ ਹੋ ਜਾਂਦੇ ਆ, ਉਸ ਮੌਕੇ ਉਹ ਲੋਕ ਜ਼ਿੰਮੇਵਾਰ ਨਹੀਂ ਹੁੰਦੇ। ਜਿਵੇਂ ਅਸੀਂ ਸਿੱਖਾਂ ਦੀ ਗੱਲ ਕਰਦੇ ਹਾਂ, 1947 ਮੌਕੇ ਆਪਦੇ ਜਾਨੋਂ ਪਿਆਰੇ ਗੁਰਧਾਮਾਂ ਨੂੰ ਤੇ ਹੋਰ ਬਹੁਤ ਕੁਝ ਨੂੰ ਛੱਡ ਕੇ ਨਨਕਾਣਾ ਸਾਹਿਬ ਸਿੱਖਾਂ ਦਾ ਕੇਂਦਰੀ ਸਥਾਨ ਆ, ਪਾਕਿਸਤਾਨ 'ਚ ਰਹਿ ਗਿਆ। ਕਰਤਾਰਪੁਰ ਸਾਹਿਬ ਸਾਡਾ ਪਾਕਿਸਤਾਨ 'ਚ ਰਹਿ ਗਿਆ। ਹੋਰ ਬਹੁਤ ਸਾਰੇ ਗੁਰਧਾਮ ਨੇ ਜਿਹੜੇ ਪਾਕਿਸਤਾਨ 'ਚ ਰਹਿ ਗਏ। ਔਰ ਜਿਹੜੀ ਅਰਬਾਂ ਖਰਬਾਂ ਦੀ ਜਾਇਦਾਦ ਆ ਤੇ ਮਨੁੱਖੀ ਜਾਨਾਂ ਦਾ ਨੁਕਸਾਨ, ਇਹ ਸਾਰਾ ਕੁਝ ਝੱਲ ਕੇ ਭਾਰਤ ਨਾਲ ਰਲਣ ਦਾ ਫੈਸਲਾ ਜਦੋਂ ਕੀਤਾ ਸੀ, ਉਦੋਂ ਅੱਜ ਸ਼ਰਮ ਆਉਂਦੀ ਆ। ਅੱਜ ਉਹਨਾਂ ਬਜ਼ੁਰਗਾਂ ਨੂੰ, ਸਾਡੀ ਜਿਹੜੀ ਆਉਣ ਵਾਲੀ ਸਾਡੀ ਜਿਹੜੀ ਅੱਜ ਦੀ ਅਜੋਕੀ ਨਸਲ ਵਾ 1984 ਤੋਂ ਬਾਅਦ ਜਿਨ੍ਹਾਂ ਦਾ ਜਨਮ ਹੋਇਆ ਖਾਸ ਤੌਰ ਤੇ, ਉਹ ਉਸ ਲੀਡਰਸ਼ਿਪ ਨੂੰ ਬਹੁਤ ਬੁਰੀ ਤਰ੍ਹਾਂ ਮਾੜਾ ਕਹਿੰਦੀ ਆ। ਮਾਸਟਰ ਤਾਰਾ ਸਿੰਘ ਨੂੰ, ਗਿਆਨੀ ਆਪਣੇ ਬਲਦੇਵ ਸਿੰਘ ਨੂੰ ਜਾਂ ਹੋਰ ਲੀਡਰਾਂ ਨੂੰ ਉਸ ਟਾਈਮ ਦਿਆਂ ਨੂੰ ਕਿ ਇਹਨਾਂ ਨੇ ਸੋਚਿਆ ਹੀ ਨਹੀਂ ਕੁਛ ਕਿ ਇਹੋ ਜਿਹੇ ਲੋਕਾਂ ਦੇ ਨਾਲ ਆ ਕੇ ਰਹਿਣ ਦਾ ਫੈਸਲਾ ਕਰ ਲਿਆ ਜਿਹੜੇ ਐਡੇ ਅਕਿਰਤ ਘਣ ਨੇ, ਜਿਨ੍ਹਾਂ ਨੂੰ 9ਵੇਂ ਪਾਤਸ਼ਾਹ ਦੀ ਸ਼ਹਾਦਤ ਜਾਂ ਸਿੱਖਾਂ ਦੀਆਂ ਜਿਹੜੀਆਂ ਘਾਲਣਾਵਾਂ ਨੇ, ਕਿਵੇਂ ਇਹਨਾਂ ਦੀਆਂ ਬੀਬੀਆਂ, ਔਰਤਾਂ, ਬੱਚੀਆਂ ਨੂੰ ਕਿਵੇਂ ਛਡਵਾਉਂਦੇ ਰਹੇ ਆ ਜ਼ਾਲਮਾਂ ਤੋਂ, ਤੇ ਕਿਸ ਤਰੀਕੇ ਨਾਲ ਇਹ ਲੋਕ ਸਾਡੀ ਬੋਲੀ, ਸਾਡੇ ਧਰਮ, ਸਾਡੇ ਸੱਭਿਆਚਾਰ ਨੂੰ, ਸਾਡੇ ਗੁਰਧਾਮਾਂ ਨੂੰ ਨਿਸ਼ਾਨਾ ਬਣਾ
ਆ ਰਹੇ ਨੇ ਤੇ ਹਰ ਉਸ ਸਿੱਖ ਨੂੰ ਮਲੀਆ ਮੇਟ ਕਰਨ ਤੇ ਤੁਲੇ ਹੋਏ ਨੇ ਜਿਹੜਾ ਆਪਦੇ ਬੋਲੀ ਆਪਦੀ ਧਰਮ ਤੇ ਕੌਮ ਨੂੰ ਪਿਆਰ ਕਰਦਾ। ਜਿਹੜਾ ਬੰਦਾ ਪੰਜਾਬ ਦੇ ਹੱਕਾਂ ਲਈ ਲੜਦਾ, ਪੰਥ ਲਈ ਲੜਦਾ, ਉਹਨੂੰ ਮਤਲਬ ਕਿ ਬਹੁਤ ਹੀ ਜ਼ਿਆਦਾ ਭੈੜਾ ਰਾਖਸ਼ ਤੇ ਉਹਨੂੰ ਮਾੜੇ ਤੋਂ ਮਾੜਾ ਮਤਲਬ ਕਹਿ ਕੇ ਜਿਹੜਾ ਇਹ ਜਦੋਂ ਗੱਲਾਂ ਸਾਰੀਆਂ ਵਾਪਰਦੀਆਂ ਨੇ ਤੇ ਜਿਵੇਂ ਅੱਜ ਇੱਥੇ ਦੀ ਸਾਰੀ ਜਿਹੜੀ ਅਜੋਕੀ ਪੀੜ੍ਹੀ ਆ ਸਿੱਖਾਂ ਦੀ ਉਹ ਸੰਤਾਪ ਭੋਗਦੀ ਆ, ਉਹ ਫਿਰ ਕੋਈ ਨਾ ਕੋਈ ਰਾਹ ਅਪਣਾਉਂਦੇ ਨੇ ਤੇ ਹਰ ਸਾਲ ਅਸੀਂ ਦੇਖਦੇ ਹੈਗੇ ਆ ਕਿ ਬੇਅੰਤ ਜਿਹੜੇ ਸਿੱਖ ਨੌਜਵਾਨ ਨੇ ਉਹ ਸਟੇਟ ਵਿਕਟਮ ਬਣਦੇ ਆ, ਸਟੇਟ ਦੇ ਟੈਰੋਰਿਜ਼ਮ ਦਾ ਸ਼ਿਕਾਰ ਹੁੰਦੇ ਆ। ਉਹਨਾਂ ਦੇ ਉੱਤੇ ਸੱਚੇ ਝੂਠੇ ਇਲਜ਼ਾਮ ਲਾ ਕੇ ਉਹਨਾਂ ਨੂੰ ਖੂਨੀ ਦਰਿੰਦੇ ਕਾਤਲ ਜਾਂ ਉਹਨਾਂ ਨੂੰ ਦਹਿਸ਼ਤਗਰਦ ਜਾਂ ਭਵਿੱਖ ਵਿੱਚ ਬਣਨ ਵਾਲੇ ਦਹਿਸ਼ਤਗਰਦ ਕਹਿ ਕੇ ਉਹਨਾਂ ਨੂੰ ਵੱਡੀਆਂ ਖੂਨੀ ਖਤਰਨਾਕ ਮਤਲਬ ਉਹਨਾਂ ਨੂੰ ਬਣਾ ਦਿੱਤਾ ਜਾਂਦਾ ਤੇ ਉਹਨਾਂ ਨੂੰ ਫਿਰ ਜੇਲ੍ਹਾਂ 'ਚ ਬੰਦ ਕਰ ਦਿੱਤਾ ਜਾਂਦਾ। ਕਈ ਸਾਲ ਉਹਨਾਂ ਨੂੰ ਜੇਲ੍ਹਾਂ 'ਚ ਸਾੜਿਆ ਜਾਂਦਾ। ਤੇ ਇਹ ਗੱਲ ਇਕੱਲੇ ਸਿੱਖਾਂ ਬਾਰੇ ਨਹੀਂ, ਹੋਰ ਵੀ ਥੋੜੇ ਸਮਾਂ ਪਹਿਲਾਂ ਹੀ ਇੱਕ ਮੁਸਲਮਾਨ ਭਰਾ ਜਿਹੜਾ ਹੈ ਉਹ ਜੇਲ੍ਹ 'ਚੋਂ ਨਿਕਲਿਆ ਤੇ 27 ਸਾਲ ਬਾਅਦ ਉਹਨੂੰ ਕਹਿੰਦੇ ਕੋਈ ਗੱਲ ਨਹੀਂ, ਤੂੰ ਤਾਂ ਬੇਦੋਸ਼ਾਂ, ਤੂੰ ਜਾ ਘਰ ਨੂੰ ਲੈ। ਹੁਣ 27 ਸਾਲ ਜਾਂ ਕਿਸੇ ਨੂੰ 20 ਸਾਲ, ਕਿਸੇ ਨੂੰ 15 ਸਾਲ, ਕਿਸੇ ਨੂੰ 10 ਸਾਲ ਜੇਲ੍ਹਾਂ 'ਚ ਰੱਖ ਕੇ ਫਿਰ ਉਹਨਾਂ ਨੂੰ ਕਹਿ ਦੇਣਾ ਕਿ ਜਾਓ ਘਰ ਨੂੰ, ਤੁਸੀਂ ਬੇਦੋਸ਼ੇ ਹੋ। ਤੇ ਅਸੀਮਾਨੰਦ ਵਰਗੇ ਜਿਹੜੇ ਆਪ ਮੰਨਦੇ ਆ ਕਿ ਅਸੀਂ ਬਲਾਸਟ ਕੀਤੇ ਨੇ, ਜਾਂ ਜਿਹੜੀ ਸਾਧਵੀ ਪ੍ਰਗਿਆ ਵਰਗੇ ਆ, ਉਹਨਾਂ ਨੂੰ ਪੂਰਾ ਮਾਣ ਤਾਣ ਦਿੱਤਾ ਜਾਂਦਾ ਕਿਉਂਕਿ ਹਿੰਦੂ ਹੋਣ ਦੇ ਫਾਇਦੇ ਬੜੇ ਨੇ। ਹਿੰਦੂ ਬਣ ਕੇ ਮਨੁੱਖਤਾ ਦਾ ਕਤਲੇਆਮ ਕਰੋ, ਬੇਦੋਸ਼ਾਂ ਨੂੰ ਮਾਰੋ। ਤੇ ਹਿੰਦੂ ਬਣ ਕੇ ਹਿੰਦੂ ਔਰਤ ਜਿਹੜੀ ਹੈਗੀ ਆ ਉਹ ਵੀ ਕਹਿ ਰਹੀ ਹੈਗੀ ਆ ਕਿ 10-10 ਮੁਸਲਮਾਨਾਂ ਦੀਆਂ ਬੱਚੀਆਂ ਨਾਲ 10-10 ਜਣੇ ਹਿੰਦੂ ਜਿਹੜੇ ਨੇ ਇਕੱਠੇ ਹੋ ਕੇ ਰੇਪ ਕਰੋ। ਤੇ ਜਾਂ ਕਹਿਣਗੇ ਕਿ ਵੀ ਭੀੜ ਇਕੱਠੀ ਹੋ ਕੇ, ਇਹ ਜਿਹੜੀਆਂ ਗੱਲਾਂ ਆ ਰਹੀਆਂ ਨੇ ਉਹਨਾਂ ਦਾ ਇੱਕ ਬੜਾ ਸਿਸਟਮ ਆ, ਉਹਨਾਂ ਦਾ ਭਾਵ ਆ ਕਹਿਣ ਦਾ, ਉਹ ਬੜੀ ਸਿਆਣਪ ਦੇ ਵਿੱਚੋਂ ਆਪਦੇ ਵੱਲੋਂ ਜਾਣੀ ਕਿ ਗੱਲ ਕਹਿ ਰਹੀ ਆ ਔਰਤ ਜਿਹੜੀ ਹੈ ਕਿ ਫਿਰ ਜਿਹੜਾ ਕਾਨੂੰਨ ਆ ਉਹ ਕੁਛ ਨਹੀਂ ਕਰ ਸਕੂਗਾ ਕਿਉਂਕਿ ਕਾਨੂੰਨ ਤੌਰ ਦੇ ਉੱਤੇ ਕਹਿਣਗੇ ਕਿ 10 ਜਣਿਆਂ ਨੇ ਤੇਰੇ ਨਾਲ ਰੇਪ ਕਿਵੇਂ ਕਰ ਲਿਆ, ਜਾਂ ਇਸ ਤਰ੍ਹਾਂ ਕਾਨੂੰਨ ਦੇ ਵਿੱਚ ਫਿਰ ਥੋੜਾ ਬਚਾਅ ਹੋ ਜੂ, ਤੁਸੀਂ 10 ਜਣੇ ਇਕੱਠੇ ਹੋ ਕੇ ਜਿਹੜੇ ਵੱਧ ਜਾਣੇ ਜਾਣੀ ਕਿ ਭੀੜ ਜਿਹੜੀ ਆ ਉਹ ਰੇਪ ਕਰੇ ਕਿਸੇ ਔਰਤ ਨਾਲ। ਨਾਲੇ ਤਾਂ ਉਹ ਜਿਹੜੀ ਔਰਤ ਆ ਕਿਸੇ ਨੂੰ ਮੂੰਹ ਦਿਖਾਉਣ ਜੋਗੀ ਨਹੀਂ ਰਹੂਗੀ ਜਿਹਦੇ ਨਾਲ ਰੇਪ ਹੋਇਆ। ਤਾਂ ਮੁਸਲਮਾਨ ਔਰਤਾਂ ਦੇ ਬਾਰੇ ਇਦਾਂ ਦੀ ਗੰਦੀ ਸੋਚ ਉਸ ਹਿੰਦੂ ਔਰਤ ਦੀ ਆ, ਉਹਨੂੰ ਔਰਤ ਹੋਣ ਦੇ ਜਿਹੜੇ ਨੇ ਆਪਦੇ ਮਾਇਨੇ ਉਹ ਭੁੱਲੇ ਪਏ ਨੇ। ਉਹਨੂੰ ਸਿਰਫ ਇਹ ਆ ਕਿ ਅਸੀਂ ਇਹਨਾਂ ਦੀ ਨੀਵੀਂ ਪਵਾਉਣੀ ਹੈ, ਇਹਨਾਂ ਦੀ ਹੇਠੀ ਕਰਨੀ ਹੈ। ਔਰ ਇਸੇ ਤਰੀਕੇ ਨਾਲ ਜਿਹੜੇ ਲੀਡਰ ਨੇ ਹਿੰਦੂ ਕੱਟੜਪੰਥੀਆਂ ਨੂੰ ਉਕਸਾ ਰਹੇ ਨੇ ਕਿ ਇਕੱਠੇ ਹੋ ਕੇ 2 ਜਾਂ 4 ਜਾਣੇ ਨਾ ਜਾਇਆ ਕਰੋ, ਫਿਰ ਪਛਾਣ ਹੋ ਜਾਂਦੀ ਆ ਤੇ ਤੁਸੀਂ ਵੀਡੀਓ ਜ਼ਰੂਰ ਬਣਾਓ ਪਰ ਭੀੜ ਦੇ ਰੂਪ 'ਚ ਇਕੱਠੇ ਹੋ ਕੇ ਮਤਲਬ ਜਿਹੜੇ ਜ਼ੁਲਮ ਕਰੋ, ਜੈ ਸ਼੍ਰੀ ਰਾਮ ਕਹਾਓ, ਕੁੱਟ ਕੇ ਮਾਰ ਕੇ ਫਿਰ ਵੀਡੀਓ ਬਣਾ ਦਿਓ, ਇਹਨਾਂ ਨੂੰ ਮਾਰ ਦਿਓ ਬਸ਼ੱਕ ਦੀ। ਸੋ ਇਹ ਜਿਹੜਾ ਸਾਰਾ ਕੁਛ ਜਦੋਂ ਹਕੂਮਤੀ ਮਸ਼ੀਨਰੀ ਸਿਸਟਮ ਸਾਰਾ ਕੁਛ ਕਰਾ ਰਿਹਾ, ਉਸ ਮੌਕੇ ਦੇ ਉੱਤੇ ਜਦੋਂ ਧਾਰਾ 370 ਦੀ ਗੱਲ ਆਪਾਂ ਕਰਦੇ ਹਾਂ ਤਾਂ ਸਾਫ਼ ਦਿਖਦਾ ਕਿ ਇਹ ਉੱਥੋਂ ਦੀਆਂ ਲੋਕਾਂ ਦੀਆਂ ਭਾਵਨਾਵਾਂ ਨੂੰ ਦਰੜਨ ਵਾਲੀ ਗੱਲ ਵਾ। ਤੇ ਉਹ ਤਾਂ ਚਲੋ ਪਹਿਲਾਂ ਵੀ ਲੜਦੇ ਸੀ, ਉਹ ਹੁਣ ਵੀ ਲੜਨਗੇ ਕਸ਼ਮੀਰ ਦੇ ਲੋਕ। ਪਰ ਇਹ ਜਿਹੜੀ ਚੀਜ਼ ਕੀਤੀ ਗਈ ਆ, ਇਹ ਉੱਥੇ ਅੱਜ ਜਿਹੜਾ ਆਵਾਮ ਜਿਹੜਾ ਉੱਥੋਂ ਦੇ ਲੋਕ ਨੇ ਕਸ਼ਮੀਰ ਦੇ ਜਾਂ ਆਮ ਜਿਹੜੇ ਦੇਖਦੇ ਲੋਕ ਨੇ, ਉਹ ਉਸ ਘੜੀ ਨੂੰ ਚੇਤੇ ਕਰਕੇ ਕਲਪਦੇ ਹੋਣੇ ਆ ਜਦੋਂ ਰਾਜਾ ਹਰੀ ਸਿੰਘ ਨੇ ਇੰਡੀਆ ਦੇ ਨਾਲ ਸੰਧੀ ਕੀਤੀ, ਸਮਝੌਤਾ ਕੀਤਾ ਤੇ ਜਿਹਦੇ ਵਿੱਚੋਂ ਇਹ ਸਾਰਾ ਕੁਝ ਨਿਕਲਿਆ। ਤਾਂ ਜੇਕਰ ਉਹ ਲੋਕ ਜਿਹੜੇ ਨੇ ਉਸ ਮੌਕੇ ਇਹੋ ਜਿਹਾ ਸਮਝੌਤਾ ਨਾ ਕਰਦੇ ਤਾਂ ਅੱਜ ਸ਼ਾਇਦ ਸਥਿਤੀ ਕੁਝ ਹੋਰ ਹੁੰਦੀ। ਪਰ ਜਿਹੜਾ ਕਸ਼ਮੀਰ ਆ ਉਹਦੀ ਖੂਬਸੂਰਤੀ, ਉਹਦਾ ਹੁਸਨ ਜਿਹੜਾ ਹੈ, ਉੱਥੇ ਜਿਹੜੇ ਕੁਦਰਤ ਨੇ ਜਿਹੜਾ ਮਾਲਾ ਮਾਲ ਕੀਤਾ ਉਹਨੂੰ, ਉਹੀ ਉਹਦਾ ਸੰਤਾਪ ਬਣ ਕੇ ਰਹਿ ਗਿਆ। ਜਿਵੇਂ ਪੰਜਾਬ ਦੇ ਪਾਣੀ ਲੁੱਟੇ ਗਏ ਨੇ, ਪੰਜਾਬ ਦੇ ਜਿਹੜੇ ਕੁਦਰਤੀ ਸੋਮੇ ਨੇ ਉਹ ਲੁੱਟੇ ਗਏ ਨੇ, ਪੰਜਾਬ ਦੇ ਬਿਜਲਈ ਸੋਮੇ ਜਿਹੜੇ ਬਿਜਲੀ ਦੇ ਵੱਡੇ ਡੈਮ ਜਿੱਥੋਂ ਬਿਜਲੀ ਪੈਦਾ ਹੁੰਦੀ ਆ, ਥਰਮਲ, ਇਹ ਸਾਰਾ ਕੁਝ ਜਿਹੜਾ ਹੈ ਜਿਵੇਂ ਪੰਜਾਬ ਦੇ ਵਿੱਚ ਬਰਬਾਦੀਆਂ ਕੀਤੀਆਂ ਜਾ ਰਹੀਆਂ ਨੇ, ਉਵੇਂ ਹੀ ਕਸ਼ਮੀਰ ਦੇ ਵਿੱਚ ਹੁਣ ਉੱਥੇ ਲੁੱਟਣ ਦੇ ਲਈ ਜਿਹੜੇ ਨੇ ਇਹ ਦਿੱਲੀ ਦਰਬਾਰ ਨੇ ਰਾਹ ਖੋਲ੍ਹ ਲਏ ਆ। ਹੁਣ ਉੱਥੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਕੇਂਦਰ ਤੋਂ, ਕਿਉਂਕਿ ਉਹਨੂੰ ਕਸ਼ਮੀਰ ਅਤੇ ਲੇਹ ਲਦਾਖ ਦੇ ਏਰੀਏ ਨੂੰ ਯੂਨੀਅਨ ਟੈਰੀਟਰੀ ਬਣਾ ਲਿਆ ਜਿਵੇਂ ਚੰਡੀਗੜ੍ਹ ਵਾ, ਤੇ ਦਿੱਲੀ ਤੋਂ ਕੋਈ ਹੱਥ ਠੋਕਾ ਆਪਦਾ ਉੱਥੇ ਬਿਠਾ ਦਿਆ ਕਰਨਗੇ। ਉਹ ਕਿਸੇ ਵੀ ਜਾਤ ਬਰਾਦਰੀ ਦਾ ਹੋਵੇ ਪਰ ਉਹ ਦਿੱਲੀ ਦਾ ਪਿੱਠੂ ਬਣ ਕੇ ਉੱਥੇ ਉਹ ਸਾਰੇ ਹੁਕਮ ਜਿਹੜੇ ਉੱਥੇ ਲੱਗਿਆ ਲਾਗੂ ਹੋਇਆ ਕਰਨਗੇ, ਜਿਨ੍ਹਾਂ ਦੇ ਨਾਲ ਉੱਥੇ ਜਿਹੜੀ ਫੌਜ ਆ, ਜਿੰਨੀ ਕੁੱਲ ਲੇਹ ਲਦਾਖ ਤੇ ਕਸ਼ਮੀਰ ਦੇ ਵਿੱਚ ਮੁਸਲਮਾਨ ਆਬਾਦੀ ਆ, ਉਹਦੇ ਨਾਲੋਂ 10 ਗੁਣਾ ਉੱਥੇ ਮਤਲਬ ਇੱਕ ਕਸ਼ਮੀਰੀ ਦੇ ਉੱਤੇ 10-10 ਖਾਕੀ ਵਰਦੀ ਵਾਲੇ ਜਿਹੜੇ ਨੇ ਉਹ ਚੜ੍ਹ ਕੇ ਬਹਿ ਜਾਣਗੇ ਤੇ ਉਹਨਾਂ ਦੀਆਂ ਭਾਵਨਾਵਾਂ ਨੂੰ ਕ੍ਰਸ਼ ਕਰਕੇ ਕਿ ਤੁਹਾਨੂੰ ਅਸੀਂ ਹਿੱਲਣ ਨਹੀਂ ਦੇਣਾ,
ਤੁਹਾਨੂੰ ਅਸੀਂ ਬੋਲਣ ਨਹੀਂ ਦੇਣਾ, ਤੁਹਾਨੂੰ ਅਸੀਂ ਚੂਮ ਨਹੀਂ ਕਰਨ ਦੇਣੀ। ਤੋ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਉਹਨਾਂ ਨੂੰ ਜਿਹੜਾ ਹੈਗਾ ਕਾਬੂ ਕਰਕੇ ਦਰੜ ਕੇ ਆਪਦੀ ਗੱਲ ਮਨਵਾਉਣ ਦੀ, ਆਪਦੀ ਈਨ ਮਨਵਾਉਣ ਦੀ ਜਿਹੜੀ ਕਹਾਣੀ ਆ ਉਹ ਹੁਣ ਤੁਰ ਪਈ ਆ। ਤੇ ਉਹਦੇ ਜਿਹੜੇ ਖਮਿਆਜੇ ਨੇ, ਉਹਦੇ ਜਿਹੜੇ ਰਿਐਕਸ਼ਨ ਨੇ, ਉਹ ਮੱਲੋ ਮੱਲੀ ਜਿਹੜੇ ਨੇ ਉਹ ਖਤਰਨਾਕ ਹੋਣਗੇ। ਕਿਉਂਕਿ ਜਦੋਂ ਕਿਸੇ ਨੂੰ ਆਪਾਂ ਇਸ ਤਰੀਕੇ ਨਾਲ ਦਰੜ ਕੇ ਆਪਦੀ ਉਹਦੀ ਮਰਜ਼ੀ ਤੇ ਮੌਜ ਤੋਂ ਬਗੈਰ ਅਸੀਂ ਉਹਦੇ ਮਾਈਂਡ ਨੂੰ, ਕਿਸੇ ਦੇ ਬੰਦੇ ਨੂੰ ਕਿਵੇਂ ਆਪਦੀ ਮਰਜ਼ੀ ਨਾਲ ਚਲਵਾ ਸਕਦੇ ਹਾਂ। ਤੇ ਕਸ਼ਮੀਰ ਨੂੰ ਇੱਕ ਖੁੱਲੀ ਜੇਲ੍ਹ ਬਣਾ ਲਿਆ ਗਿਆ ਤੇ ਉੱਥੇ ਹੁਣ ਜਿਹੜੀਆਂ ਨੀਤੀਆਂ ਨੇ ਉਹ ਆਉਣਗੀਆਂ। ਜਿਵੇਂ ਪੰਜਾਬ ਦੇ ਵਿੱਚ ਅਸੀਂ ਦੇਖਿਆ ਕਿ ਇੱਥੇ ਸਿੱਖਾਂ ਨੂੰ ਘੱਟ ਗਿਣਤੀ 'ਚ ਕਰਨ ਦੇ ਲਈ ਬੜੀਆਂ ਸਕੀਮਾਂ ਖੇਡੀਆਂ ਗਈਆਂ, ਸਿੱਖਾਂ ਨੂੰ ਕੁਛ ਨੂੰ ਕਤਲ ਕਰ ਦਿੱਤਾ ਗਿਆ ਤੇ ਇੱਥੇ ਇੱਕ ਇਹੋ ਜਿਹੇ ਹਾਲਾਤ ਬਣਾ ਦਿੱਤੇ ਗਏ ਕਿ ਹਰੇਕ ਸਿੱਖ ਜਿਹੜਾ ਹੈ ਉਹ ਇਸ ਧਰਤੀ ਨੂੰ ਛੱਡ ਕੇ ਭੱਜ ਜਾਣ ਦੇ ਵਿੱਚ ਹੀ ਆਪਦੀ ਭਲਾਈ ਸਮਝੇ। ਤੋ ਬੜੀ ਵੱਡੀ ਗਿਣਤੀ ਵਿੱਚ ਤਾਂ ਸਿੱਖ ਜਿਹੜੇ ਨੇ ਇਸ ਕਰਕੇ ਕਿ ਇੱਥੇ ਦਹਿਸ਼ਤ ਆ, ਇੱਥੇ ਮਰ ਨਾ ਜਾਈਏ, ਕੋਈ ਕੇਸ ਨਾ ਪੈ ਜੇ, ਇਹ ਸੋਚ ਕੇ ਉਹ ਪੰਜਾਬ ਨੂੰ ਛੱਡ ਗਏ। ਤੇ ਦੂਸਰਾ ਕੈਟਾਗਰੀ ਉਹਨਾਂ ਸਿੱਖਾਂ ਦੀ ਆ ਜਿਨ੍ਹਾਂ ਨੂੰ ਜ਼ਮੀਨ ਜਾਇਦਾਦ ਦੇ ਝਮੇਲਿਆਂ ਦੇ ਵਿੱਚ ਖੁਦਕੁਸ਼ੀਆਂ ਦੇ ਰਾਹ ਤੋਰ ਦਿੱਤਾ ਤੇ ਇੰਨੀ ਮਹਿੰਗੀ ਕਰ ਦਿੱਤੀ ਖੇਤੀ ਕਿ ਇੱਥੇ ਜਿਹੜਾ ਛੋਟੀ ਜੀ ਦੁਕਾਨ ਦੇ ਵਿੱਚ ਬੈਠਾ ਇੱਕ ਲਾਲਾ ਉਹ ਤਾਂ ਕਰੋੜਾਪਤੀ ਬਣ ਜਾਂਦਾ, ਪਰ 10 ਕਿੱਲਿਆਂ ਵਾਲਾ ਜਾਂ 20 ਕਿੱਲਿਆਂ ਵਾਲਾ ਜਿਹੜਾ ਕਿਸਾਨ ਆ ਉਹ ਭਾਰਤ ਦੀਆਂ ਮਾਰੂ ਨੀਤੀਆਂ ਦਾ ਸ਼ਿਕਾਰ ਹੋ ਕੇ ਉਹ ਖੁਦਕੁਸ਼ੀਆਂ ਦੇ ਰਾਹ ਪੈ ਜਾਂਦਾ ਤੇ ਆਤਮ ਹੱਤਿਆ ਕਰਦਾ ਫਿਰਦਾ, ਕਿਉਂਕਿ ਉਹਦੇ ਕੋਲੇ ਕੋਈ ਰਾਹ ਨਹੀਂ ਬਚਦਾ। ਤੇ ਤੀਜਾ ਜਿਹੜਾ ਹੈ ਉਹ ਫਿਰ ਇੱਥੇ ਦਾ ਜਿਹੜਾ ਕਿਸਾਨ ਆ ਉਹ ਆਪਦੇ ਬੱਚਿਆਂ ਨੂੰ ਇਹ ਸੋਚ ਕੇ ਕਿ ਲਓ ਜੀ ਤੁਸੀਂ ਜਿਹੜਾ ਹੈ ਵੀ ਤੁਸੀਂ ਹੁਣ 2 ਕਿੱਲੇ ਜਿਹੜੇ ਆ ਗਹਿਣੇ ਜਾਂ ਬੈ ਕਰ ਦਿੰਦੇ ਆ ਤੇ ਤੂੰ ਬਾਹਰ ਚਲਾ ਜਾ। ਸੋ ਪੰਜਾਬ ਦਾ ਕਿਸਾਨ ਜਿਹੜਾ ਹੈ ਉਹ ਬਾਹਰ ਨੂੰ ਭਜਾਇਆ ਜਾ ਰਿਹਾ। ਤੀਜਾ ਜਿਹੜਾ ਹੈਗਾ ਇੱਥੇ ਨਸ਼ਿਆਂ ਰਾਹੀਂ ਦਹਿਸ਼ਤਗਰਦੀ ਫੈਲਾਈ ਜਾ ਰਹੀ ਆ, ਜਿਹੜਾ ਸਟੇਟ ਦੀ ਇੱਕ ਸਪੌਂਸਰਡ ਨੀਤੀ ਆ ਤੇ ਚਿੱਟੇ ਦਾ ਜਾਂ ਕਾਲੇ ਦਾ ਜਾਂ ਹੋਰ 100 ਤਰ੍ਹਾਂ ਦੇ ਨਸ਼ਿਆਂ ਦੇ ਰਾਹੀਂ ਪੰਜਾਬ ਦੀ ਜਵਾਨੀ ਦਾ ਘਾਣ ਜਿਹੜਾ ਹੈਗਾ ਉਹ ਲਗਾਤਾਰ ਹੋ ਰਿਹਾ। ਤੋ ਹਰ ਤਰੀਕੇ ਨਾਲ ਇੱਥੇ ਘਾਣ ਕਰਨ ਦੇ ਨਾਲ ਨਾਲ ਆਰਥਿਕ ਖੇਤਰ ਦੇ ਵਿੱਚ ਸਿੱਖਾਂ ਨੂੰ ਪਛੜਾਉਣ ਦੇ ਲਈ ਤੇ ਇੱਥੇ ਇਹਦੇ ਬਦਲੇ ਵਿੱਚ ਬੜੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਨੇ ਗੈਰ ਪੰਜਾਬੀ ਲੋਕ ਜਿਹੜੇ ਨੇ ਉਹਨਾਂ ਨੂੰ ਲਿਆ ਕੇ ਚੱਪੇ ਚੱਪੇ ਦੇ ਉੱਤੇ, ਹੁਣ ਲੁਧਿਆਣੇ ਵਰਗੇ ਸ਼ਹਿਰਾਂ ਵਿੱਚ ਲੱਗਦਾ ਹੀ ਨਹੀਂ ਹੈਗਾ ਕਿ ਇਹ ਪੰਜਾਬ ਦਾ ਕੇਂਦਰੀ ਸ਼ਹਿਰ ਆ, ਉਹ ਇਉਂ ਲੱਗਦਾ ਹੈਗਾ ਜਿਵੇਂ ਅਸੀਂ ਯੂਪੀ ਬਿਹਾਰ ਦੇ ਦਰਭੰਗਾ ਵਰਗੇ ਏਰੀਏ 'ਚ ਕਿਸੇ 'ਚ ਫਿਰਦੇ ਹੋਈਏ। ਕਿਉਂਕਿ ਹਰ ਦੁਕਾਨ ਦੇ ਉੱਤੇ, ਹਰ ਘਰ ਦੇ ਵਿੱਚ, ਹਰ ਬਾਜ਼ਾਰ ਦੇ ਵਿੱਚ ਤੁਸੀਂ ਗੱਡੀ ਟੈਕਸੀ ਕੁਛ ਵੀ ਕਰੋ ਤਾਂ ਤੁਹਾਨੂੰ ਉੱਥੇ ਹਿੰਦੀ ਬੋਲਣੀ ਪੈਂਦੀ ਹੈ। ਪੰਜਾਬ ਦੀ ਧਰਤੀ ਉੱਤੇ ਇੱਕ ਤਾਂ ਆਰਥਿਕ ਤੌਰ ਦੇ ਉੱਤੇ ਪੰਜਾਬੀਆਂ ਦਾ ਲੱਕ ਤੋੜ ਕੇ ਗੈਰ ਪੰਜਾਬੀਆਂ ਨੂੰ ਆਰਥਿਕ ਤੌਰ ਤੇ ਮਜ਼ਬੂਤ ਹੋਣ ਦਾ ਮੌਕਾ ਦਿੱਤਾ ਜਾਂਦਾ। ਦੂਜਾ ਜਿਹੜਾ ਹੈਗਾ ਪੰਜਾਬ ਦੀ ਬੋਲੀ ਅਤੇ ਸੱਭਿਆਚਾਰ, ਜਿਹੜੀ ਸਿੱਖ ਸਿਵਲਾਈਜੇਸ਼ਨ ਆ, ਉਹਨੂੰ ਦਿਨੋਂ ਦਿਨ ਉਹਨੂੰ ਧੱਕ ਕੇ ਖੂੰਜੇ ਲਾਇਆ ਜਾ ਰਿਹਾ। ਜਾਣੀ ਕਿ ਬਹੁਤ ਸਾਰੇ ਇਹੋ ਜਿਹੇ ਦਿਨ ਤਿਉਹਾਰ ਨੇ ਜਿਹੜੇ ਕਿ ਇਸ ਧਰਤੀ ਦੇ ਨਹੀਂ ਹੈਗੇ। ਉਹ ਦਿਨ ਤਿਉਹਾਰ ਜਦੋਂ ਉਸ ਬੋਲੀ ਨੂੰ, ਉਸ ਧਰਮ ਨੂੰ ਮੰਨਣ ਵਾਲੇ ਲੋਕ ਆਉਣਗੇ ਤਾਂ ਉਹ ਦਿਨ ਤਿਉਹਾਰ ਵੀ ਆਉਣਗੇ। ਸੋ ਇਸ ਧਰਤੀ ਦੇ ਉੱਤੇ ਹੁਣ ਦਿਨੋਂ ਦਿਨ ਹਿੰਦੂਇਜ਼ਮ ਦਾ ਬੋਲਬਾਲਾ, ਹਿੰਦੀ ਦਾ ਬੋਲਬਾਲਾ ਜਿਵੇਂ ਪੰਜਾਬ 'ਚ ਹੋ ਰਿਹਾ, ਇਵੇਂ ਹੀ ਜਿਹੜਾ ਹੈ ਜਿਵੇਂ ਸਮਾਜਿਕ ਜੀਵਨ ਦੇ ਵਿੱਚ ਫਰਕ ਪਾਏ ਜਾ ਰਹੇ ਆ ਤੇ ਇੱਥੇ ਉਹਨਾਂ ਦੀ ਗਿਣਤੀ ਵਧਾਈ ਜਾ ਰਹੀ ਆ, ਉਵੇਂ ਬਿਲਕੁਲ ਇਹੀ ਮਾਡਲ ਜਿਹੜਾ ਅਸੀਂ ਪੰਜਾਬ ਵਿੱਚ ਦੇਖਿਆ, ਇਹੀ ਮਾਡਲ ਹੁਣ ਕਸ਼ਮੀਰ ਦੇ ਵਿੱਚ ਅਪਣਾਇਆ ਜਾਊਗਾ। ਉੱਥੇ ਫੌਜ ਲਾ ਕੇ ਇੱਕ ਤਾਂ ਜਿਹੜੇ ਮਾੜੇ ਮੋਟੇ ਸਿਰ ਚੱਕਣਗੇ ਉਹਨਾਂ ਨੂੰ ਕਤਲ ਕਰਨ, ਜਾਂ ਲੋਕਾਂ ਦੇ ਪੁੱਤਾਂ ਨੂੰ ਚੱਕ ਕੇ ਫਰੌਤੀਆਂ ਲੈਣ ਦਾ ਪੁਲਿਸ ਨੇ ਜਿਵੇਂ ਇੱਥੇ ਕੰਮ ਕੀਤਾ ਸੀ ਉਹ ਚੱਲੂਗਾ। ਦੂਜਾ ਜਿਹੜਾ ਹੈ ਉੱਥੇ ਇੱਕ ਨਿੱਕੇ ਜਿਹੇ ਮਤਲਬ ਜ਼ਮੀਨ ਦੇ ਟੁਕੜੇ ਉੱਤੇ ਸੇਬਾਂ ਦੇ ਬਾਗ ਲਾ ਕੇ ਆਪਦੇ ਆਪ ਨੂੰ ਖੁਸ਼ਹਾਲ ਤੇ ਲੱਖਾਂਪਤੀ ਜਿਹੜੇ ਸਮਝਣ ਵਾਲੇ ਉੱਥੋਂ ਦੇ ਕਸ਼ਮੀਰੀ ਸੀ, ਹੁਣ ਭਾਰਤ ਦੇ ਜਿਹੜੇ ਨੇ ਬੜੇ ਵੱਡੇ ਜਿਹੜੇ ਪ੍ਰੋਜੈਕਟ ਲੈ ਕੇ ਲਾਲੇ ਪਹੁੰਚਣਗੇ ਉੱਥੇ, ਜਿਨ੍ਹਾਂ ਨੂੰ ਭਾਰਤ ਸਰਕਾਰ ਦਾ ਜਿਹੜਾ ਹੈਗਾ ਪੈਸਾ ਉਹ ਮਿਲਿਆ ਹੋਊਗਾ ਤੇ ਉਹ ਉੱਥੇ ਜਾ ਕੇ ਉਹਨਾਂ ਲੋਕਾਂ ਦੇ ਕੋਲੇ ਉਹਨਾਂ ਦੀ ਜ਼ਮੀਨ ਜਾਇਦਾਦ ਜਿਹੜੀ ਹੈਗੀ ਆ ਉਹ ਖਰੀਦ ਲੈਣਗੇ। ਇੱਕ ਤਰੀਕੇ ਨਾਲ ਹਾਲਾਤ ਇਹੋ ਜਿਹੇ ਬਣਾ ਦੇਣਗੇ ਕਿ ਉਹ ਲੋਕ ਜਿਹੜੇ ਨੇ ਆਪਦੀ ਜਾਇਦਾਦ ਖੁਦ ਇਹਨਾਂ ਨੂੰ ਹੱਸ ਕੇ ਵੇਚਣ ਲਈ ਮਜਬੂਰ ਹੋ ਜਾਣ। ਤੇ ਜਦੋਂ ਉਹਨਾਂ ਕੋਲੇ ਰੋਜੀ ਰੋਟੀ ਦੇ ਸਾਧਨ ਨਹੀਂ ਰਹਿਣਗੇ, ਜਦੋਂ ਉਹਨਾਂ ਕੋਲੇ ਇਨਕਮ ਦੇ ਸੋਰਸ ਖੋਹ ਲੈ ਜਾਣਗੇ, ਤਾਂ ਉਦੋਂ ਮਤਲਬ ਕਿ ਇੱਕ ਵੇਲਾ ਉਹ ਆਊਗਾ ਜਿਵੇਂ ਪੰਜਾਬ ਦੇ ਲੋਕ ਅੱਜ ਹੱਥਲ ਇਹ ਦੇਖਦੇ ਨੇ ਕਿ ਸਾਡੇ ਕੋਲ ਅਸੀਂ ਕਰੀਏ ਕੀ।
ਇੱਥੇ ਯੂਪੀ ਬਿਹਾਰ ਦਾ ਬੰਦਾ ਆ ਕੇ ਰੱਜ ਕੇ ਰੋਟੀ ਖਾ ਰਿਹਾ, ਪਰ ਪੰਜਾਬ ਦੇ ਕਿਰਤੀ ਲੋਕ ਜਿਹੜੇ ਨੇ ਉਹ ਭੁੱਖੇ ਮਰ ਰਹੇ ਨੇ। ਇਹ ਅਸੀਂ ਕਈ ਕਰੀ ਉਵੇਂ ਇਹੋ ਜਿਹੇ ਹਾਲਾਤ ਕਸ਼ਮੀਰ 'ਚ ਬਣਨੇ ਨੇ। ਤੇ ਕਿਹਾ ਜਾ ਰਿਹਾ ਬੜੇ ਮਤਲਬ ਫੁਕਰੀ ਮਾਰੀ ਜਾ ਰਹੀ ਆ ਕਿ 370 ਧਾਰਾ ਹੁਣ ਟੁੱਟ ਗਈ ਆ ਤੇ ਹੁਣ ਤੁਸੀਂ ਦੇਖਿਓ ਕਿਵੇਂ ਲਹਿਰਾਂ ਵਹਿਰਾਂ ਕਰਦੇ ਅਸੀਂ ਕਸ਼ਮੀਰ ਦੇ ਵਿੱਚ, ਨਜ਼ਾਰੇ ਲਿਆ ਦਿਆਂਗੇ ਉੱਥੇ, ਕਹਿੰਦੇ ਜੀ ਅਮਿਤ ਸ਼ਾਹ ਵਰਗੇ ਕਹਿੰਦੇ ਆ। ਪਰ ਉਹ ਜਿਹੜਾ ਯੂਪੀ ਬਿਹਾਰ ਬੰਗਾਲ ਤੇ ਹੋਰ ਸਾਰੇ ਸੂਬਿਆਂ ਦੇ ਵਿੱਚ ਭੁੱਖਮਰੀ ਫੈਲੀ ਹੋਈ ਆ, ਜਿਹੜੇ ਇੰਨੇ ਮਾੜੇ ਗਰੀਬ ਤੇ ਲੋਕ ਉੱਥੇ ਇੰਨੀ ਦੁਰਗਤੀ ਵਾਲੀ ਲਾਈਫ ਜਿਹੜੀ ਹੈਗੀ ਆ ਜਿਉ ਰਹੇ ਨੇ, ਉਹ ਤੁਸੀਂ ਕਸ਼ਮੀਰ ਦੀ ਥਾਂ ਤੇ ਉੱਥੇ ਦੇ ਲੈਂਦੇ। ਤੇ ਆਪਣੇ ਆਪ ਕਸ਼ਮੀਰ ਦੇ ਲੋਕ ਕਹਿੰਦੇ ਕਿ ਜਿਹੜਾ ਭਾਰਤੀ ਹਕੂਮਤੀ ਨਿਜ਼ਾਮ ਆ, ਜੇ ਆਪਦੇ ਹੋਰ ਨਾਗਰਿਕਾਂ ਨੂੰ, ਹੋਰ ਸਿਟੀਜ਼ਨਜ਼ ਨੂੰ ਇੰਨੀ ਖੂਬਸੂਰਤ ਜ਼ਿੰਦਗੀ ਦੇ ਰਿਹਾ, ਉਹ ਤਾਂ ਆਪ ਕਸ਼ਮੀਰੀਆਂ ਨੂੰ ਕਹਿਣਾ ਪੈਣਾ ਸੀ ਕਿ ਸਾਨੂੰ ਜੀ ਵੱਖਰਾ ਸੂਬਾ ਬਣਾ ਕੇ ਸਾਨੂੰ ਵੀ ਭਾਰਤ ਦਾ ਹਿੱਸਾ ਬਣਾ ਲਓ, ਅਸੀਂ ਛੱਡਦੇ ਹਾਂ ਜੀ ਆਪਦੀ ਵੱਖਰੇ। ਜਿਹੜੀ ਸਾਨੂੰ ਤਾਂ ਉਹ ਬੰਦੇ ਬਹੁਤ ਮਾੜੇ ਲੱਗਦੇ ਆ ਜਿਹੜੇ ਬੰਦੇ ਸਾਨੂੰ ਵੱਖਰਾ ਹੋਣ ਦੀ ਗੱਲ ਕਰਦੇ ਆ, ਇਹੋ ਜਿਹੇ ਜੇ ਸੂਬੇ ਬਣਾਏ ਹੁੰਦੇ। ਪਰ ਹਰੇਕ ਭਾਰਤੀ ਜਿਹੜਾ ਨਾਗਰਿਕ ਆ ਉਹ ਇਸ ਹਕੂਮਤੀ ਸਿਸਟਮ ਤੋਂ ਇੰਨਾ ਜ਼ਿਆਦਾ ਦੁਖੀ ਆ, ਇਸ ਸਿਸਟਮ ਤੋਂ ਇੰਨਾ ਜ਼ਿਆਦਾ ਲਾਚਾਰ ਆ, ਬੇਬਸ ਆ ਵੀ ਇੱਥੋਂ ਤਾਂ ਚਾਹੇ ਜਿਹਨੂੰ ਮਰਜ਼ੀ ਕਹਿ ਦੋ ਵੀ ਤੂੰ ਚੱਲਣਾ, ਉਹ ਤਾਂ ਗਰੀਬ ਹੋਵੇ ਅਮੀਰ ਹੋਵੇ ਇੱਥੋਂ ਭੱਜ ਕੇ ਜਾਣ ਨੂੰ ਰਾਜੀ ਹੈ। ਇੱਥੋਂ ਦਾ ਹਰੇਕ ਜਿਹੜਾ ਰੱਜਿਆ ਪੁੱਜਿਆ ਬੰਦਾ ਉਹ ਵੀ ਇੰਗਲੈਂਡ ਕੈਨੇਡਾ ਅਮਰੀਕਾ ਨੂੰ ਭੱਜਾ ਜਾਣ, ਕਿਉਂਕਿ ਸਿਸਟਮ ਇੰਨਾ ਗੰਦਾ। ਤੇ ਇਸ ਗੰਦੇ ਸਿਸਟਮ ਨੂੰ ਦੇਖਦਿਆਂ ਹੋਇਆਂ ਹਰੇਕ ਬੰਦਾ, ਇਸ ਨੀਚ ਬਿਰਤੀ ਨੂੰ ਦੇਖਦਿਆਂ ਹੋਇਆਂ ਜਿਹੜੀ ਇਸ ਦੀ ਹਾਇਰਕੀ ਹੈ, ਜਿਹੜੀ ਇੰਡੀਅਨ ਸਿਸਟਮ ਦੇ ਉੱਪਰ ਬੈਠੇ ਲੋਕ ਨੇ, ਜਿਹੜੀਆਂ ਉਹ ਨੀਤੀਆਂ ਤੇ ਏਜੰਡੇ ਲੈ ਕੇ ਚੱਲਦੇ ਨੇ, ਉਹਨਾਂ ਨੇ ਜਿਹੜਾ ਮਾਹੌਲ ਬਣਾਇਆ ਹੋਇਆ ਉਹਨੂੰ ਦੇਖਦਿਆਂ ਹੋਇਆਂ ਇਹ ਫੁਕਰੀਆਂ ਜਿਹੜੀਆਂ ਨੇ, ਇਹ ਝੂਠ ਆ ਜਿਹੜਾ, ਇਹ ਜਵਲੀਆਂ ਜਿਹੜੀਆਂ ਨੇ ਉਹ ਬੰਦੇ ਨੂੰ ਪੀੜ ਦਿੰਦੀਆਂ ਨੇ ਜਦੋਂ ਕਹਿੰਦੇ ਨੇ ਕਿ ਹੁਣ 370 ਹਟ ਗਈ ਆ ਤੇ ਕਸ਼ਮੀਰ ਨੂੰ ਤਾਂ ਇੱਕ ਇਹੋ ਜਿਹਾ ਖੁਸ਼ਹਾਲ ਤੇ ਸ਼ਾਨਦਾਰ ਸੂਬਾ ਬਣਾ ਦੇਾਂਗੇ ਕਿ ਉੱਥੇ ਤਾਂ ਜੀ ਮੌਜਾਂ ਲਾ ਦੇਾਂਗੇ ਤੇ ਕਸ਼ਮੀਰ ਦੇ ਲੋਕ ਸਾਰੇ ਜਿਹੜੇ ਨੇ ਉਹ ਅਸੀਂ ਆਪਦੇ ਹੱਕ 'ਚ ਭੁਗਤਾ ਲਿਆਂਗੇ। ਤੇ ਇਹ ਜਿਹੜੀ ਗੱਲਾਂ ਨੇ, ਇਹਨਾਂ ਗੱਲਾਂ ਦਾ ਰਿਜ਼ਲਟ ਕੀ ਨਿਕਲਣਾ ਉਹਨੂੰ ਵਿਚਾਰਨ ਦੀ ਲੋੜ ਆ। ਜਦੋਂ ਕਿਸੇ ਖਿੱਤੇ ਵਿੱਚ ਵੱਸਦੇ ਹੋਏ ਲੋਕਾਂ ਦੀ ਮਰਜ਼ੀ ਤੋਂ ਬਗੈਰ ਉੱਥੇ ਆਪਦੀ ਗੱਲ ਥੋਪੀ ਜਾਵੇ ਤਾਂ ਉਹਦੇ ਰਿਜ਼ਲਟ ਹਮੇਸ਼ਾ ਭਿਆਨਕ ਹੀ ਨਿਕਲੇ ਆ ਤੇ ਭਿਆਨਕ ਹੀ ਹੁਣ ਨਿਕਲਣਗੇ, ਕਿਉਂਕਿ ਲੋਕਾਂ ਨੂੰ ਤੁਸੀਂ ਮਰਜ਼ੀ ਅਨੁਸਾਰ ਨਹੀਂ ਚਲਾ ਸਕਦੇ। ਲੋਕਾਂ ਦੇ ਮਨਾਂ ਉੱਤੇ ਕਾਬੂ ਇਸ ਤਰੀਕੇ ਨਾਲ ਨਹੀਂ ਪਾਇਆ ਜਾ ਸਕਦਾ। ਉਹ ਪਹਿਲਾਂ ਵੀ ਲੜਦੇ ਸੀ, ਅੱਜ ਵੀ ਲੜਨਗੇ, ਉਹਨਾਂ ਦੀ ਮੰਜ਼ਿਲ ਆਜ਼ਾਦੀ ਆ। ਉਹ ਤਾਂ ਅਸੀਂ ਉਹਨਾਂ ਨੂੰ ਸਿੱਖ ਕਹਿੰਦੇ ਹੁੰਦੇ ਸੀ, ਸਾਡੇ ਨਾਲੋਂ ਤੁਸੀਂ ਚਲੋ ਇੱਕ ਤੁਹਾਨੂੰ ਵਿਸ਼ੇਸ਼ ਰੁਤਬਾ ਮਿਲਿਆ ਹੋਇਆ। ਜਦੋਂ ਮਾਸਟਰ ਤਾਰਾ ਸਿੰਘ ਜਾਂਦੇ ਰਹੇ ਆ ਨਹਿਰੂ ਕੋਲ, ਤਾਂ ਜਵਾਹਰ ਲਾਲ ਨਹਿਰੂ ਨੂੰ ਜਦੋਂ ਕਿਹਾ ਕਿ ਸਾਨੂੰ ਤੁਸੀਂ ਪੰਜਾਬ ਨੂੰ, ਸਾਨੂੰ ਸਿੱਖਾਂ ਨੂੰ ਕਸ਼ਮੀਰ ਵਾਲਾ ਸਟੇਟਸ ਹੀ ਦੇ ਦਿਓ, ਵੱਧ ਅਧਿਕਾਰਾਂ ਵਾਲਾ ਸਟੇਟਸ ਦੇ ਦਿਓ, ਤਾਂ ਉਦੋਂ ਨਹਿਰੂ ਕਹਿੰਦਾ ਹੁੰਦਾ ਸੀ ਉਹਨਾਂ ਨੂੰ ਵੀ ਕਿਹੜਾ ਮੈਂ ਕੁਝ ਦਿੱਤਾ, ਉਹ ਤਾਂ ਇੱਕ ਕਾਗਜ਼ ਦਾ ਟੁਕੜਾ, ਜਦੋਂ ਜੀ ਕਰਦਾ ਪਾੜ ਦਿਆਂਗੇ। ਤਾਂ ਉਹ ਗੱਲ ਕੱਲ ਵਾਪਰ ਗਈ ਤੇ ਜਿਹੜੀ ਗੱਲ ਸੋਚੀ ਵੀ ਨਹੀਂ ਸੀ, ਮਤਲਬ ਲੋਕਾਂ ਨੂੰ ਲੱਗਦਾ ਸੀ ਵੱਧ ਅਧਿਕਾਰ ਤਾਂ ਮਿਲੇ ਹੀ ਹੋਏ ਨੇ, ਕਸ਼ਮੀਰੀਆਂ ਨੂੰ ਲੱਗਦਾ ਸੀ ਜਾਂ ਹੋਰਾਂ ਨੂੰ ਵੀ ਲੱਗਦਾ ਸੀ ਕਿ ਕਸ਼ਮੀਰ ਨੂੰ ਵੱਧ ਅਧਿਕਾਰ ਤਾਂ ਮਿਲੇ ਹੋਏ ਨੇ। ਇਸ ਤੋਂ ਗੱਲ ਹੁਣ ਅੱਗੇ ਨੂੰ ਜਾਏਗੀ, ਜਾਣੀ ਕਿ ਕਸ਼ਮੀਰ ਜੇ ਆਜ਼ਾਦ ਹੋਣਾ ਚਾਹੁੰਦਾ, ਵੱਖਰਾ ਕਸ਼ਮੀਰ ਬਣਨਾ ਚਾਹੁੰਦਾ, ਹੋ ਸਕਦਾ ਇੰਡੀਅਨ ਲੀਡਰਸ਼ਿਪ ਜਿਹੜੀ ਆ ਉਹ ਇੰਨੀ ਜ਼ਿਆਦਾ ਮੈਚਿਓਰਿਟੀ ਦਿਖਾਊ ਕਿ ਕਸ਼ਮੀਰ ਨੂੰ ਚਲੋ ਆਜ਼ਾਦੀ ਤਾਂ ਨਹੀਂ ਦਿੰਦੇ, ਪਰ ਕਸ਼ਮੀਰ ਦੇ ਲੀਡਰ ਇਸ ਗੱਲ ਨੂੰ ਮੰਨ ਲੈਣਗੇ ਕਿ ਚਲੋ ਆਹ ਵਿਚਕਾਰਲਾ ਰਾਹ ਵਾ ਵੀ ਵੱਧ ਅਧਿਕਾਰਾਂ ਤੋਂ ਉੱਤੇ ਆ ਗਈ ਹੈ ਗੱਲ ਤੇ ਆਜ਼ਾਦੀ ਤੋਂ ਅਸੀਂ ਥੋੜਾ ਜਿਹਾ ਥੱਲੇ ਆ, ਪਰ ਹੁਣ ਸਾਨੂੰ ਇਹ ਸਥਿਤੀ ਇਸ ਟਾਈਮ ਸਾਨੂੰ ਵੀ ਮਨਜ਼ੂਰ ਆ। ਉਹ ਸਥਿਤੀ ਸਮਝਦੇ ਸੀਗੇ ਸਾਰੇ ਕਿ ਸ਼ਾਇਦ ਇੱਥੇ ਕਿ ਗੱਲ ਨਿਬੜੂਗੀ, ਕਿਉਂਕਿ ਬਾਣੀਆਂ ਬਿਰਤੀ ਤੋਂ ਜੇ ਕਿਸੇ ਨੇ 5 ਲੱਖ ਰੁਪਇਆ ਲੈਣਾ ਹੋਵੇ ਨਾ ਤਾਂ ਮੰਗੀ ਦਾ ਉਹ ਤੋਂ 5 ਕਰੋੜ ਆ ਕਿ ਚਲੋ 5 ਲੱਖ ਤਾਂ ਮਿਲ ਹੀ ਜਾਊਗਾ। ਐਵੇਂ ਹੀ ਆਜ਼ਾਦੀ ਮੰਗਦੇ ਲੋਕਾਂ ਨੂੰ ਇਹ ਲੱਗਦਾ ਸੀਗਾ ਕਿ ਸਾਨੂੰ ਵੱਧ ਅਧਿਕਾਰਾਂ ਤੋਂ ਉੱਤੇ ਕੁਝ ਦੇ ਕੇ ਸਾਡੀ ਜਿਹੜੇ ਸਿਵਲਾਈਜੇਸ਼ਨ ਆ, ਸਾਡੇ ਜਿਹੜੀਆਂ ਆਸਥਾ, ਸਾਡਾ ਧਰਮ ਆ, ਉਹਨੂੰ ਸਿਕਿਉਰ ਕਰਨ ਦੇ ਏਜੰਡੇ ਤਹਿਤ ਬੜਾ ਕੁਝ ਸਾਨੂੰ ਮਿਲ ਜਾਊਗਾ। ਪਰ ਹੁਣ ਕਸ਼ਮੀਰ ਨੂੰ ਇੱਕ ਜੇਲ੍ਹ ਬਣਾ ਲਿਆ ਗਿਆ, ਖੁੱਲੀ ਜੇਲ੍ਹ, ਓਪਨ ਜੇਲ੍ਹ ਜਿਹੜੀ ਹੈਗੀ ਆ। ਉਸ ਕੈਦਖਾਨੇ ਦੇ ਵਿੱਚ ਜਿਹੜੇ ਉੱਥੇ ਵੱਸਦੇ ਕਸ਼ਮੀਰੀ ਲੋਕ ਹੋਣਗੇ ਉਹਨਾਂ ਨੂੰ ਉਹਨਾਂ ਦੇ ਧਰਮ ਤੋਂ, ਕਿਉਂਕਿ ਅਸੀਂ ਇਹ ਗੱਲ ਉੱਥੇ ਮੈਂ ਵੀ ਮਹਿਸੂਸ ਕੀਤੀ ਆ, ਜੇ ਸਾਡੇ ਅੱਗੇ ਆਮ ਲੋਕਾਂ ਨੂੰ ਇਹ ਗੱਲ ਫੀਲ ਹੋਈ ਆ ਤੇ ਇਹ ਗੱਲ ਇੰਡੀਅਨ ਸਟੇਟ ਮਸ਼ੀਨਰੀ ਨੇ ਵੀ ਤਾਂ ਫੀਲ ਕੀਤੀ ਹੋਣੀ ਆ ਕਿ ਉਹ ਲੋਕ ਆਪਦੇ ਅਦਬ ਅਦਾਬ ਦੇ, ਆਪਦੀ ਆਸਥਾ ਦੇ, ਆਪਦੇ ਮਜ਼ਹਬ ਦੇ ਬੜੇ ਪੱਕੇ ਨੇ ਔਰ ਬਚਪਨ ਤੋਂ ਹੀ ਉਹਨਾਂ ਦੇ ਮਨਾਂ ਦੇ ਵਿੱਚ ਆਪਦੇ ਧਰਮ ਪ੍ਰਤੀ, ਆਪਦੀ ਬੋਲੀ ਪ੍ਰਤੀ, ਆਪਦੇ ਸੰਸਕਾਰਾਂ ਪ੍ਰਤੀ, ਆਪਦੇ ਜਿਹੜੀ ਧਰਮ ਦੀ ਉਹਨਾਂ ਦੀ ਤਹਿਜ਼ੀਬ ਆ, ਜਿਹੜੀ ਉਹਨਾਂ ਦੀ ਧਰਮ ਦੀ ਮਰਿਆਦਾ। ਔਰ ਚੰਗੀ ਗੱਲ ਆ ਜੇ ਅਗਰ ਕੋਈ ਬੰਦਾ ਆਪਦੇ ਧਰਮ 'ਚ ਪਰਪੱਕ ਹੁੰਦਾ ਤੇ ਜੋ ਕਿ ਉਹਨੂੰ ਕਰਦਾ ਤਾਂ ਉਹ ਮਾੜੀ ਗੱਲ ਨਹੀਂ ਹੈ। ਪਰ ਸਿੱਖਾਂ ਦੇ ਵਿੱਚ ਇਸ ਤਰੀਕੇ ਦਾ ਅੰਸ਼ ਜ਼ਰੂਰ ਪੈਦਾ ਕਰ ਲਿਆ ਗਿਆ ਹੈਗਾ, ਜਿਹੜੇ ਆ ਸੋ ਕਾਲਡ ਅਗਾਂਹ ਵਧੂ ਕਹਾਉਂਦੇ ਆ
ਅਪਗ੍ਰੇਡ ਤੇ ਕਾਮਰੇਡ ਟਾਈਪ ਦੇ ਲੋਕ, ਨਾਸਤਕ ਬਿਰਤੀ ਵਾਲੇ ਲੋਕ ਇਹ ਕਹਿੰਦੇ ਨੇ ਕਿ ਧਰਮ 'ਚ ਪ੍ਰਪੱਕ ਹੋਣਾ ਮਾੜੀ ਗੱਲ ਹੁੰਦੀ ਆ, ਵੀ ਇਹ ਤਾਂ ਫਿਰ ਬੰਦਾ, ਜਦੋਂ ਕਿ ਸਾਰੇ ਦੁਨੀਆ ਦੇ ਧਰਮਾਂ ਦੇ ਵਿੱਚ ਉਹਨਾਂ ਲੋਕਾਂ ਨੂੰ ਜ਼ਿਆਦਾ ਵਧੀਆ ਮੰਨਿਆ ਜਾਂਦਾ ਜਿਹੜੇ ਆਪਦੇ ਧਰਮ 'ਚ ਪੱਕੇ ਹੋਣ, ਪ੍ਰਪੱਕ ਹੋਣ, ਦ੍ਰਿੜ ਹੋਣ। ਪਰ ਇਹ ਉਹਨਾਂ ਨੂੰ ਕੱਟੜ ਕਹਿ ਕੇ ਨਫ਼ਰਤ ਕਰਦੇ ਆ ਵੀ ਇਹ ਤਾਂ ਜੀ ਕੱਟੜਵਾਦੀ ਲੋਕ ਨੇ। ਤੇ ਉੱਥੇ ਕਸ਼ਮੀਰ ਦੇ ਵਿੱਚ ਮੈਨੂੰ ਜਾਂ ਸਾਨੂੰ ਸਾਰਿਆਂ ਨੂੰ ਉਹਨਾਂ ਲੋਕਾਂ ਦਾ ਬਹੁਤ ਜ਼ਿਆਦਾ ਪਿਆਰ ਆਉਂਦਾ ਜਿਹੜੇ ਆਪਦੇ ਮਜ਼ਹਬ ਵਿੱਚ ਪੱਕੇ ਨੇ। ਤੇ ਉਹ ਲੋਕਾਂ ਦੇ ਹੁਣ ਧਰਮ ਨੂੰ ਪਲਿਊਟ ਕਰਨ ਦੇ ਲਈ, ਉਹਨਾਂ ਨੂੰ ਉਹਨਾਂ ਦੀ ਆਸਥਾ ਤੋਂ ਡੇਗਣ ਦੇ ਲਈ, ਜਿਵੇਂ ਪੰਜਾਬ ਦੇ ਵਿੱਚ ਨਸ਼ਿਆਂ ਦਾ, ਅਯਾਸ਼ੀਆਂ ਦਾ ਮਾਹੌਲ ਬਣਾਇਆ ਗਿਆ, ਸੱਭਿਆਚਾਰਕ ਮੇਲੇ ਇੱਥੇ ਲਾਏ ਗਏ ਸੀ ਜਦੋਂ ਸਿੱਖਾਂ ਦਾ ਸਟਰਗਲ, ਸੰਘਰਸ਼ ਜਿਹੜਾ ਥੋੜਾ ਜਿਹਾ ਹਥਿਆਰਬੰਦ ਸੰਘਰਸ਼ ਕਮਜ਼ੋਰ ਹੋਇਆ, ਉਦੋਂ ਗਾਉਣ ਵਾਲੀਆਂ ਜੈ ਪ੍ਰਧਾ ਨਾਈਟ, ਸ਼੍ਰੀ ਪ੍ਰਧਾ ਨਾਈਟ, ਤੇ ਉਹ ਫਲਾਨੀ ਬੰਬੇ ਤੋਂ ਫਿਲਮ ਇੰਡਸਟਰੀ ਚੋਂ ਫਲਾਨੀ ਆ ਰਹੀ ਆ ਜੀ ਉਹਨੂੰ ਦੇਖਣ ਜਾਓ। ਤੇ KPS ਗਿੱਲ ਦੀ ਕਮਾਂਡ ਹੇਠ ਪੰਜਾਬ ਦੇ ਜਿਹੜੇ ਗਾਉਣ ਵਾਲੇ ਸੀ ਇਹਨਾਂ ਨੂੰ ਮੇਲੇ ਲਾ ਲਾ ਕੇ ਕਿਹਾ ਗਿਆ। ਉਦੋਂ ਇਹਨਾਂ ਚੋਂ ਵੀ ਬਾਹਲਿਆਂ ਨੂੰ ਪਤਾ ਨਹੀਂ ਸੀ ਵੀ ਅਸੀਂ ਕਿਹੜੇ ਰਾਹ ਤੁਰੇ ਹੋਏ ਆ। ਜਿਹੜੇ ਉਸ ਮੌਕੇ ਦੇ ਗਾਇਕ ਜਿਹੜੇ ਉਹਨਾਂ ਜਾ ਕੇ ਸੱਭਿਆਚਾਰਕ ਮੇਲਿਆਂ ਦੇ ਵਿੱਚ ਸਟੇਟ ਦੇ ਏਜੰਡੇ ਤਹਿਤ ਗਾਉਣ ਪਾਣੀ ਕਰਨ ਜਾਂਦੇ ਹੁੰਦੇ ਸੀ, ਅੱਜ ਉਹਨਾਂ ਚੋਂ ਬੜੇ ਵੱਡੀ ਪੱਧਰ ਤੇ ਕਲਪਦੇ ਨੇ ਕਿ ਸਾਨੂੰ ਨਹੀਂ ਸੀ ਪਤਾ ਕਿ ਸਾਡੇ ਵੱਲੋਂ ਸ਼ੁਰੂ ਕੀਤੀ ਹੋਈ ਇਹ ਸੱਭਿਆਚਾਰਕ ਮੇਲਿਆਂ ਜਾਣੀ ਕਿ ਅਸੱਭਿਆਚਾਰਕ ਮੇਲਿਆਂ ਦੀ ਜਿਹੜੀ ਮੁਹਿੰਮ ਆ ਉਹਦਾ ਅੰਤ ਜਿਹੜਾ ਹੈਗਾ ਉਹ ਹਨੀ ਸਿੰਘ ਜੋਜੋ ਦੇ ਗੰਦੇ ਗਾਣਿਆਂ ਤੇ ਜਾ ਕੇ ਨਿਬੜਨਾ। ਅੱਜ ਦੀ ਗੰਦੀ, ਅਸ਼ਲੀਲ, ਅਸੱਭਿਅਕ ਤੇ ਅਯਾਸ਼ੀਆਂ ਭਰੀ ਗਾਇਕੀ ਨੂੰ ਦੇਖ ਕੇ ਜਿਹੜੇ ਲੋਕ ਉਸ ਮੌਕੇ ਸੱਭਿਆਚਾਰਕ ਮੇਲਿਆਂ ਦਾ ਹਿੱਸਾ ਬਣੇ ਰਹੇ ਨੇ ਉਹ ਜ਼ਰੂਰ ਸ਼ਰਮਸ਼ਾਰ ਨੇ। ਸਾਡੇ ਆਲੇ ਦੁਆਲੇ ਦੇ ਵਿੱਚ ਬੜੇ ਇਹੋ ਜਿਹੇ ਬੰਦੇ ਨੇ ਜਿਹੜੇ ਉਹਨਾਂ ਮੌਕਿਆਂ ਦੇ ਉੱਤੇ ਸੱਭਿਆਚਾਰਕ ਮੇਲਿਆਂ ਦੇ ਲਾਉਣ ਲਵਾਉਣ ਦੇ ਵਿੱਚ ਉਹਨਾਂ ਨੂੰ ਲੱਗਦਾ ਸੀ ਕਿ ਜੀ ਅਸੀਂ ਇਹ ਕਰ ਰਹੇ ਹਾਂ ਤੇ ਚੰਗੀ ਗੱਲ ਆ ਇਹ। ਅੱਜ ਉਹ ਫੀਲ ਕਰਦੇ ਨੇ ਕਿ ਵਾਕਿਆ ਹੀ ਅਸੀਂ ਗਲਤ ਸੀਗੇ ਤੇ ਅਸੀਂ ਮਾੜਾ ਕਰ ਬੈਠੇ ਹਾਂ। ਤੇ ਜਿਹੜਾ ਕੁਝ ਉਹਨਾਂ ਨੇ ਕੀਤਾ ਕਤਰਿਆ ਉਹ ਸਾਰਾ ਕੁਝ ਦਾ ਅੱਜ ਉਹਨਾਂ ਦਾ ਰੋਣ ਧੋਣ ਦਾ ਕੋਈ ਫਾਇਦਾ ਨਹੀਂ, ਕਿਉਂਕਿ ਸਿੱਖਾਂ ਨੂੰ ਉਹਨਾਂ ਦੇ ਧਰਮ ਤੋਂ, ਆਸਥਾ ਤੋਂ ਕਮਜ਼ੋਰ ਕਰਨ ਦੇ ਲਈ ਉਸ ਚੀਜ਼ ਨੂੰ ਵਰਤਿਆ ਗਿਆ। ਇੱਕ ਬਾਣੀ ਤੇ ਬਾਣੇ ਨਾਲ ਜੁੜਨ ਵਾਲਾ ਮਾਹੌਲ ਸੀ, ਇੱਕ ਬਾਣੀ ਤੇ ਬਾਣੇ ਨਾਲੋਂ ਤੋੜਨ ਵਾਲਾ ਮਾਹੌਲ ਆ। ਤਾਂ ਉਹ ਮਾਹੌਲ ਪੈਦਾ ਕਰਨ ਦੇ ਲਈ ਜਿਵੇਂ ਇੱਥੇ ਪੰਜਾਬ ਦੇ ਵਿੱਚ ਮਿਹਨਤ ਕੀਤੀ ਗਈ ਔਰ ਉਹ ਗੰਦਾ ਮਾਹੌਲ ਤਿਆਰ ਕੀਤਾ ਗਿਆ, ਜਿਹਦੇ ਵਿੱਚੋਂ ਸਾਡੇ ਨਿਆਣੇ ਮੂੰਹ ਸਿਰ ਮੁੰਨ ਕੇ, ਕੰਨਾਂ 'ਚ ਮੁੰਦਰਾਂ ਪਾ ਕੇ ਨਚਾਰ ਬਣਨ ਨੂੰ, ਜਾਂ ਉਹ DJ ਆਰਕੈਸਟਰਾ ਵਾਲੀਆਂ ਟੀਮਾਂ ਬਣਾ ਕੇ, ਜਿਹੜਾ ਪੰਜਾਬ ਦੇ ਵਿੱਚ ਕਿਸੇ ਟਾਈਮ ਕੰਜਰਾਂ ਦਾ ਕੰਮ ਮੰਨਿਆ ਜਾਂਦਾ ਸੀਗਾ, ਉਸ ਕੰਮ ਦੇ ਵਿੱਚ ਅਸੀਂ ਆਪ ਆਪਦੇ ਬੱਚਿਆਂ ਨੂੰ ਜਾਂ ਕੁੜੀਆਂ ਨੂੰ ਖਾਸ ਤੌਰ ਦੇ ਉੱਤੇ ਦੇਖ ਰਹੇ ਹਾਂ ਕਿ ਚੰਗੇ ਭਲੇ ਪਰਿਵਾਰਾਂ ਦੀਆਂ ਬੱਚੀਆਂ ਜਿਹੜੀਆਂ ਨੇ ਸਟੇਜ ਦੇ ਉੱਤੇ ਨੰਗੇਜ਼, ਅਸ਼ਲੀਲਤਾ, ਅਸੱਭਿਅਕ ਚੀਜ਼ ਜਿਹੜੀ ਆ ਉਹ ਦੇ ਰਹੀਆਂ ਨੇ, ਔਰ ਜਿਹੜੇ ਲੋਕ ਨੇਗੇ ਉੱਥੇ ਬੈਠ ਕੇ ਉਹਨਾਂ ਤੇ ਨੋਟ ਵਾਰਦੇ ਨੇ। ਪੰਜਾਬ ਦਾ ਜਿਹੜਾ ਖਾਸ ਤੌਰ ਦੇ ਉੱਤੇ ਇਹੋ ਜਿਹਾ ਕਲਚਰ ਨਹੀਂ ਰਿਹਾ ਕਦੇ, ਤੇ ਇਸ ਕੰਮ ਨੂੰ ਕਦੇ ਹਨੇਰੇ ਸਵੇਰੇ ਦੂਰ ਦਰਾਡੇ ਪਰਾਂ ਬਹਿ ਕੇ ਲੋਕ ਕਰਦੇ ਕਰਾਉਂਦੇ ਰਹੇ ਨੇ। ਪਰ ਹੁਣ ਪਿਛਲੇ 15-20-30 ਸਾਲਾਂ ਦੇ ਵਿੱਚ ਇਹਨੂੰ ਮੁੱਖ ਚੀਜ਼ ਬਣਾ ਦਿੱਤਾ ਗਿਆ ਕਿ ਗਿੱਧੇ ਭੰਗੜੇ ਪਾਓ, ਐਸ਼ਾਂ ਕਰੋ, ਆਸ਼ਕੀ ਮਸ਼ੂਕੀ, ਗੁੰਡਾਗਰਦੀ, ਕਿ ਮੈਂ ਬੜਾ ਵੱਡਾ ਬਦਮਾਸ਼ ਆ, ਮੈਂ ਤਾਂ ਛੱਡਦਾ ਨਹੀਂ ਹੁੰਦਾ, ਬੰਦਾ ਬੰਦਾ ਮਾਰਨਾ ਤਾਂ ਦੱਸ। ਇਹ ਸਾਰਾ ਕੁਝ ਜਿਹੜਾ ਮਾਹੌਲ ਤਿਆਰ ਕੀਤਾ ਗਿਆ, ਇਸੇ ਤਰ੍ਹਾਂ ਦਾ ਹੀ ਉਪਰਾਲੇ ਜਿਹੜੇ ਨੇ ਹੁਣ ਕਸ਼ਮੀਰ ਦੇ ਯੂਥ ਨੂੰ, ਕਸ਼ਮੀਰ ਦੀਆਂ ਮੁੰਡਿਆਂ ਕੁੜੀਆਂ ਨੂੰ ਲੀਹੋਂ ਲਾਉਣ ਦੇ ਲਈ, ਜਵਾਨੀ ਨੂੰ ਖਾਸ ਤੌਰ ਤੇ ਉਸ ਮਾਹੌਲ ਤੋਂ ਪਰਾਂ ਲਿਜਾ ਕੇ ਜਿਹੜਾ ਉਹ ਕਸ਼ਮੀਰ ਦੀ ਆਜ਼ਾਦੀ ਲਈ ਮਰਨ ਮਾਰਨ ਦਾ ਜਜ਼ਬਾ ਪੈਦਾ ਕਰਨ ਦਾ ਮਾਹੌਲ ਆ, ਉਸ ਮਾਹੌਲ ਤੋਂ ਪਰਾਂ ਲਿਜਾ ਕੇ ਉਹਨੂੰ ਇੱਕ ਅਯਾਸ਼ ਪੱਠਾ ਬਣਾਉਣ ਦੇ ਲਈ, ਉਹਨੂੰ ਇੱਕ ਗੁੰਮਰਾਹ ਕਰਕੇ, ਉਹਨੂੰ ਇੱਕ ਆਸ਼ਕੀ ਮਸ਼ੂਕੀ ਵਾਲੇ ਚੱਕਰਾਂ 'ਚ ਫਸਾ ਕੇ, ਉਹਨੂੰ ਨਸ਼ਿਆਂ ਦੇ ਜਾਲ 'ਚ ਫਸਾਉਣ ਦੇ ਲਈ ਇਸ ਜਿਹੜਾ ਹੈਗਾ ਉੱਥੇ ਹੁਣ ਥੋੜਾ ਟਾਈਮ ਪਹਿਲਾਂ ਇੱਕ ਜਰਮਨ ਤੋਂ ਕੋਈ ਗੈਂਗ ਜਿਹਾ, ਕੋਈ ਗਾਇਕਾਂ ਦਾ ਗਰੁੱਪ ਜਿਹਾ ਬੁਲਾ ਕੇ, ਉਹ ਕੋਈ ਉਹਦਾ ਨਾਂ ਸੀ ਪਤਾ ਨਹੀਂ ਕੀ, ਉਹਨਾਂ ਨੂੰ ਸੱਦ ਕੇ ਕਿਹਾ ਗਿਆ ਸ਼੍ਰੀਨਗਰ 'ਚ ਪ੍ਰੋਗਰਾਮ ਕਰੋ, ਪਰ ਉੱਥੇ ਦੇ ਲੋਕਾਂ ਨੇ ਸਾਥ ਨਹੀਂ ਦਿੱਤਾ। ਉਹ ਲੱਗੇ ਤਾਂ ਹੋਏ ਨੇ, ਉਹ ਜਾਣੀ ਕਿ ਉਹਨਾਂ ਨੂੰ ਪਤਾ ਹੈਗਾ ਕਿ ਜੇ ਭਾਰਤੀ ਚਿਹਰੇ ਮੂਹਰੇ ਉੱਥੇ ਲਿਜਾਦੇ ਗਏ, ਜਿਹੜੇ ਭਾਰਤ ਦੇ ਫਿਲਮ ਸਟਾਰ ਨੇ, ਜੇ ਇਹਨਾਂ ਨੂੰ ਲਿਜਾ ਕੇ, ਕਿਉਂਕਿ ਆਪਣੇ ਪੰਜਾਬ ਵਾਲਿਆਂ ਨੂੰ ਤਾਂ ਸ਼੍ਰੀ ਪ੍ਰਧਾ ਕਾਹਦੀ ਆਈ, ਉਹ ਸ਼੍ਰੀ ਦੇਵੀ ਜਦੋਂ ਆਈ ਇਸ ਦਾ ਲੋਕਾਂ ਨੂੰ ਲੱਗਿਆ ਲੈ ਜੀ ਬੜੀ ਵੱਡੀ ਗੱਲ ਆ ਗਈ ਨਾ, ਅਸੀਂ ਤਾਂ ਬਹੁਤ ਵੱਡੀ ਚੀਜ਼ ਦੇਖ ਰਹੇ ਹਾਂ। ਤੇ ਉਹ ਜਿਹੜੀ ਸਾਈਕੀ ਆ ਕਸ਼ਮੀਰ ਦੀ ਹੈ ਨਹੀਂ ਗੀ, ਪਰ ਕਸ਼ਮੀਰ ਦੇ ਵਿੱਚ ਉੱਥੇ
ਸ਼ਾਇਦ ਬੰਬੇ ਦੀ ਜਿਹੜੀ ਫਿਲਮ ਇੰਡਸਟਰੀ ਆ ਉਹਨੂੰ ਤਾਂ ਨਾ ਵਰਤਣ, ਪਰ ਦੂਜੇ ਜਿਹੜੇ ਵੱਡੇ ਲੈਵਲ ਦੇ ਉੱਤੇ ਨਾਂ ਨੇ, ਇੰਟਰਨੈਸ਼ਨਲ ਲੈਵਲ ਤੇ ਐਂਟਰਟੇਨਮੈਂਟ ਦੀ ਦੁਨੀਆ ਦੇ ਵਿੱਚ ਜਿਨ੍ਹਾਂ ਦਾ ਨਾਂ ਆ, ਉਹਨਾਂ ਨੂੰ ਲਿਜਾ ਕੇ ਹੋ ਸਕਦਾ ਉੱਥੇ ਸਿੱਖਾਂ ਵਾਂਗੂ ਉੱਥੇ ਕਸ਼ਮੀਰੀਆਂ ਨੂੰ ਵੀ ਉਹਨਾਂ ਦੇ ਧਰਮ ਤੇ ਆਸਥਾ ਤੋਂ ਤੋੜਨ ਦੇ ਯਤਨ ਜਿਹੜੇ ਹੈਗੇ ਆ ਉਹ ਕੀਤੇ ਜਾਣ। ਅਸਲੀ ਨਿਸ਼ਾਨਾ ਹੈਗਾ ਕਿ ਕਸ਼ਮੀਰੀਆਂ ਦਾ ਧਰਮ ਜਿਹੜਾ ਹੈ ਉਹਦੇ ਤੋਂ ਤੋੜਨਾ, ਉਹਨਾਂ ਨੂੰ ਇਸਲਾਮ ਨਾਲੋਂ ਤੋੜਨਾ। ਜਿਵੇਂ ਉਹ ਕਿਹਾ ਜਾਂਦਾ ਨਾ ਕਿ ਜੇ ਦੀਨੇ ਹਜਾਜੀ ਕਾ ਬੇਬਾਕ ਬੇੜਾ, ਨਾ गेहूं में अटका ना सेहूं में ठहरा, किए पार जिसने थे सातों समुंदर, वो डूबा आकर गंगा के दहाने में आखर। बई ਜਿਹੜਾ ਇਸਲਾਮ ਦਾ ਬੇਬਾਕ ਬੇੜਾ ਸੱਚਾ ਸੁੱਚਾ ਜਿਹੜਾ ਰਾਹ ਫੜ ਕੇ ਕਿਤੇ ਵੀ ਨਹੀਂ ਅਟਕਿਆ, ਉਹ ਜਦੋਂ ਗੰਗਾ ਮਈਆ ਕੋਲੇ ਆਇਆ ਤਾਂ ਇੱਥੇ ਇੱਕ ਇਹੋ ਜਿਹੇ ਉਹਨੂੰ ਗ੍ਰਹਿਣ ਲੱਗਿਆ ਕਿ ਜਿਹੜੀ ਉਹਦੀ ਇਸਲਾਮ ਦੀ ਪਿਓਰਿਟੀ ਸੀ ਉਹ ਪਤਤ ਹੋ ਗਈ, ਉਹਦੇ ਚ ਮਲੀਨਤਾ ਆ ਗਈ, ਉਹਦੇ ਚ ਬਹੁਤ ਕੁਝ ਇਹੋ ਜਿਹਾ ਆ ਗਿਆ ਜਿਹੜਾ ਜਿਹੜਾ ਇਸਲਾਮ ਦੇ ਹਿਸਾਬ ਨਾਲ ਠੀਕ ਨਹੀਂ। ਤਾਂ ਭਾਰਤੀ ਇਸਲਾਮ ਆ ਜਿਹੜਾ ਉਹ ਇੱਕ ਖਿਚੜੀ ਇਸਲਾਮ ਬਣ ਕੇ ਰਹਿ ਗਿਆ ਹੈਗਾ। ਬੜਾ ਕੁਝ ਇੱਥੇ ਇਹੋ ਜਿਹਾ ਇਸਲਾਮ ਦੇ ਨਾਂ ਦੇ ਉੱਤੇ ਕੀਤਾ ਜਾਂਦਾ ਜਿਹੜਾ ਇਸਲਾਮਿਕ ਕਦਰਾਂ ਕੀਮਤਾਂ ਦੇ ਅਗੇਂਸਟ ਆ, ਉਲਟ ਵਾ। ਤੇ ਇਹਦੇ ਕਰਕੇ ਬਾਕੀ ਜਿਹੜੇ ਇਸਲਾਮਿਕ ਸੰਸਾਰ ਨਾਲ ਜੁੜੇ ਜਾਂ ਮੁਸਲਮਾਨ ਤਬਕੇ ਨਾਲ ਜੁੜੇ ਲੋਕ ਨੇ ਉਹ ਭਾਰਤੀ ਮੁਸਲਮਾਨ ਨੂੰ ਕਈ ਗੱਲਾਂ ਦੇ ਵਿੱਚ ਦੇਖਦੇ ਆ ਕਿ ਇਹ ਕਿਵੇਂ ਦੇ ਹੈਗੇ ਆ। ਤੇ ਜਿਹੜਾ ਕਸ਼ਮੀਰ ਦਾ ਮੁਸਲਮਾਨ ਸੀਗਾ ਉਹਦਾ ਤਾਂ ਬਿਲਕੁਲ ਹੀ ਬਾਕੀ ਭਾਰਤੀ ਮੁਸਲਮਾਨ ਦੇ ਨਾਲੋਂ ਜਾਂ ਇਸਲਾਮ ਨਾਲੋਂ ਇੱਕ ਵੱਖਰੀ ਤਰ੍ਹਾਂ ਦਾ ਹਿਸਾਬ ਕਿਤਾਬ ਰਿਹਾ। ਤੋਂ ਭਾਰਤ ਦੇ ਵਿੱਚ ਜਿਹੜੇ ਮੁਸਲਮਾਨ ਸੀ ਉਹਨਾਂ ਨੂੰ ਵੀ ਉਹੋ ਜਿਹਾ ਕਦੇ ਹੇਜ ਕਸ਼ਮੀਰੀ ਮੁਸਲਮਾਨਾਂ ਦਾ ਇਸੇ ਕਰਕੇ ਨਹੀਂ ਸੀ ਆਇਆ। ਤੇ ਹੁਣ ਜਦੋਂ ਕਸ਼ਮੀਰ ਦੇ ਵਿੱਚ ਦਿੱਲੀ ਦਾ ਰਾਜ ਆ ਰਿਹਾ ਤਾਂ ਉੱਥੇ ਹੁਣ ਸਾਫ਼ ਗੱਲ ਆ ਕਿ ਉੱਥੇ ਉਹਨਾਂ ਨੂੰ ਧਰਮ ਤੋਂ ਡੇਗਣ ਦੇ ਲਈ, ਜਿਵੇਂ ਪੰਜਾਬ ਦੇ ਸਿੱਖਾਂ ਦੇ ਵਿੱਚ ਸਾਧ ਬਾਬੇ ਪੈਦਾ ਕੀਤੇ ਗਏ ਤੇ ਇਹੋ ਜਿਹਾ ਲਿਟਰੇਚਰ ਇੱਥੇ ਲਿਆ ਕੇ ਸੁੱਟ ਦਿੱਤਾ ਗਿਆ, ਜਿਸ ਲਿਟਰੇਚਰ ਦੇ ਕਰਕੇ ਅੱਜ ਸਾਡੇ ਕਹਿੰਦੇ ਕਹਾਉਂਦੇ ਬੰਦੇ ਕਹਿੰਦੇ ਅਸੀਂ ਤਾਂ ਲਵ ਕੁਸ਼ ਦੀ ਔਲਾਦ ਆ ਤੇ ਆਪਦੇ ਆਪ ਨੂੰ ਵਿਸ਼ਨੂੰ ਜਾਂ ਰਾਮਚੰਦਰ ਜਾਂ ਕ੍ਰਿਸ਼ਨ ਵਰਗੇ ਅਵਤਾਰਾਂ ਨਾਲ ਜਿਹੜੇ ਨੇ ਜੋੜ ਕੇ ਉਹ ਵਿਆਖਿਆ ਕਰਦੇ ਆ। ਤੇ ਨਵੇਂ ਤਰ੍ਹਾਂ ਦੀ ਇੱਕ ਹੈਰਾਨੀਜਨਕ ਵਿਆਖਿਆ ਜਿਹੜੀ ਆ ਪਿਛਲੇ ਕੁਝ ਸਮੇਂ ਤੋਂ ਸਿੱਖ ਧਰਮ ਦੇ ਵਿੱਚ ਲਿਆਂਦੀ ਜਾ ਰਹੀ ਆ, ਜਿਹਨੂੰ ਪੁਰਾਤਨ ਜਾਂ ਸਿੱਖੀ ਦੇ ਮੇਨ ਚੀਜ਼ ਦਾ ਜਿਹਨੂੰ ਪਤਾ ਹੈਗਾ ਕਿ ਸਿੱਖੀ ਜਿਹੜੀ ਆ ਇੱਕ ਵੱਖਰਾ ਮਜ਼ਹਬ ਆ ਜਿਹਦੇ ਵੱਖਰੇ ਮਰਿਆਦਾ ਤੇ ਵੱਖਰੇ ਉਹਦੇ ਪੈਗੰਬਰ ਨੇ ਔਰ ਇਹ ਰਿਵੀਲ ਹੋਇਆ ਧਰਮ ਆ। ਇਹ ਨਹੀਂ ਹੈਗਾ ਕਿ ਕੁਝ ਧਰਮਾਂ ਦਾ ਜਿਹੜਾ ਹੈ ਉਹ ਖਿਚੜੀ ਜੀ ਬਣਾ ਕੇ ਵੀ ਚਲੋ ਕੁਝ ਗੱਲਾਂ ਚੰਗੀਆਂ ਇਸਲਾਮ ਦੀਆਂ ਲੈ ਲੈਂਦੇ ਆ, ਕੁਝ ਇਹਨਾਂ ਦੀਆਂ ਲੈ ਲੈਂਦੇ ਆ, ਹਿੰਦੂਆਂ ਦੀਆਂ, ਤੇ ਇੱਕ ਨਵਾਂ ਧਰਮ ਤੋਰ ਦਿੰਦੇ ਆ। ਇੱਦਾਂ ਦੀ ਗੱਲ ਕੋਈ ਗੁਰੂ ਨਾਨਕ ਪਾਤਸ਼ਾਹ ਜਿਹੜੇ ਸੀ ਉਹ ਇੱਕ ਰੂਹਾਨੀ ਦੇਵੀ ਪੈਗੰਬਰ ਨੇ, ਉਹ ਇੱਕ ਬਾਬਾ ਅਕਾਲ ਰੂਪ ਹੈ ਨਾ, ਅਕਾਲ ਰੂਪ ਕਿਹਾ ਭਾਈ ਗੁਰਦਾਸ ਜੀ ਨੇ, ਅਕਾਲ ਪੁਰਖ ਦਾ ਰੂਪ ਕਿਹਾ ਉਹਨੂੰ। ਗੁਰ ਪਰਮੇਸ਼ਰ ਭੇਦ ਨਹੀਂ, ਉਹ ਗੁਰੂ ਤੇ ਪਰਮੇਸ਼ਰ 'ਚ ਕੋਈ ਭੇਦ ਨਹੀਂ ਰਿਹਾ ਹੈਗਾ, ਪਰ ਇੱਥੇ ਬੜੀ ਸਕੀਮ ਜਿਹਦੇ ਨਾਲ ਉਹਨੂੰ ਇੱਕ ਆਮ ਮਨੁੱਖ ਵਜੋਂ ਬਣਾਉਣ ਦੇ ਯਤਨ ਨੇਗੇ ਕਿ ਗੁਰੂ ਨਾਨਕ ਪਾਤਸ਼ਾਹ ਜਿਹੜੇ ਨੇ ਉਹ ਤਾਂ ਇੱਕ ਸਮਾਜ ਸੁਧਾਰਕ ਸੀਗੇ ਤੇ ਉਹ ਹਿੰਦੂ ਧਰਮ ਦੇ ਵਿੱਚ ਜਾਂ ਇਸਲਾਮ ਦੇ ਵਿੱਚ ਜਾਂ ਉਸ ਟਾਈਮ ਦੇ ਧਰਮਾਂ ਦੇ ਵਿੱਚ ਜਿਹੜੇ ਵਿਗਾੜ ਆਏ ਹੋਏ ਸੀਗੇ ਉਹਨਾਂ ਨੂੰ ਠੀਕ ਕਰਕੇ ਉਹ ਆਪਦਾ ਯਤਨ ਕਰਨ ਆਏ ਸੀਗੇ, ਪਰ ਉਹ ਕੋਈ ਦੇਵੀ ਰੂਹ ਨਹੀਂ ਸੀਗੇ। ਇਹ ਕਹਿਣ ਦੀ ਬਜਾਏ ਕਿ ਉਹ ਦੇਵੀ ਰੂਹ ਨਹੀਂ ਸੀ ਜਾਂ ਇਸ ਤਰੀਕੇ ਦਾ ਸਿੱਖ ਗੁਰੂ ਸਾਹਿਬਾਨ ਦੇ ਵਿੱਚੋਂ ਉਹਨਾਂ ਦਾ ਜਿਹੜਾ ਰੂਹਾਨੀਅਤ ਨਾਲ ਭਰਿਆ ਹੋਇਆ, ਦੇਵੀ ਪੁਣੇ ਨਾਲ ਭਰਿਆ ਹੋਇਆ ਜਿਹੜਾ ਪੱਖ ਵਾ ਉਹਨੂੰ ਜਿਹੜਾ ਸੀ ਮਨਫੀ ਕਰਕੇ ਉਸ ਚੀਜ਼ ਦੇ ਵਿੱਚ ਕੱਲਾ ਉਹਨੂੰ ਇੱਕ ਹਿਸਟੋਰੀਕਲ ਪਾਤਰ ਵਜੋਂ ਵੀ ਜਿਵੇਂ ਮਤਲਬ ਜਿਹੜੇ ਕਾਮਰੇਡ ਨੇ ਉਹ ਕਹਿ ਦੇਣਗੇ ਵੀ ਲੈਨਨ ਹੋਣਾ ਵਰਗੇ ਸੀਗੇ, ਜਿਹੜੇ ਹਿੰਦੂ ਨੇ ਉਹ ਕਹਿ ਦੇਣਗੇ ਨਹੀਂ ਉਹ ਤਾਂ ਜੀ ਮਹਾਰਾਣਾ ਪ੍ਰਤਾਪ ਨਾਲ ਗੁਰੂ ਗੋਬਿੰਦ ਸਿੰਘ ਦੀ ਮੇਲ ਕਰ ਲੈਂਦੇ ਆ ਜਾਂ ਇਸ ਤਰ੍ਹਾਂ। ਇਹ ਜਿਹੜੀ ਹੈਗਾ ਕਿ ਉਹਨਾਂ ਨੂੰ ਇੱਕ ਆਮ ਬੰਦਿਆਂ ਦੇ ਪੱਧਰ ਦੇ ਉੱਤੇ ਲੈ ਆਉਣਾ, ਉਹ ਜਿਹੜਾ ਇਹ ਸਾਰਾ ਕੁਝ ਸਿੱਖਾਂ ਦੇ ਵਿੱਚ ਲਿਆਂਦਾ ਜਾ ਰਿਹਾ ਵਿਦਵਾਨਾਂ ਵੱਲੋਂ, ਅਖੌਤੀ ਵਿਦਵਾਨਾਂ ਵੱਲੋਂ, ਤੇ ਉਹ ਸਾਰਾ ਕੁਝ ਐਵੇਂ ਦਾ ਹੀ ਸਾਧ ਬਾਬੇ ਆ ਜਿਹੜੇ ਸਿੱਖਾਂ ਦੇ ਵਿੱਚ ਜਿਹੜੇ ਦਿੱਲੀ ਦੇ ਦਲਾਲ ਬਣ ਕੇ ਸਿੱਖ ਫਲਸਫੇ ਦਾ, ਉਸ ਫਲਸਫੇ ਦਾ ਜਿਹੜਾ ਕਿ ਖਾਲਸੇ ਦੇ ਖਾਲਸੇਪਣ ਦਾ ਜਿਹਨੇ ਜਿਹੜਾ ਇਜ਼ਹਾਰ ਕਰਨਾ, ਪ੍ਰਗਟਾਵਾ ਕਰਨਾ ਸੀ, ਉਹਨੂੰ ਹੁਣ ਦੇਵੀ ਦੇਵਤਿਆਂ ਦਾ ਧਰਮ ਜਿਹੜਾ ਹੈਗਾ ਉਹ ਬਣਾ ਕੇ ਪੇਸ਼ ਕਰਦੇ ਨੇ। ਤੇ ਵਿਪਰਨ ਕੀ ਰੀਤ ਦੇ ਝੰਡੇ ਜਿਹੜੇ ਨੇ ਉਹ ਸਿੱਖ ਵਿਹੜਿਆਂ ਦੇ ਵਿੱਚ ਝੁਲਾਏ ਜਾ ਰਹੇ ਨੇ ਇਹਨਾਂ ਸਾਧਾ ਬਾਬਿਆਂ ਵੱਲੋਂ। ਤੋਂ ਇਹ ਜਿਹੜੇ ਲੋਕ ਨੇ ਸਾਰੇ ਦੇ ਸਾਰੇ ਸਿੱਖ ਇਜ਼ਮ ਦੇ ਵਿੱਚ, ਸਿੱਖ ਸਮਾਜ ਦੇ ਵਿੱਚ, ਪੰਥਕ ਸਫਾਂ ਦੇ ਵਿੱਚ ਬਹੁਤ ਕੁਝ ਇਹੋ ਜਿਹਾ ਲਿਆਉਣ ਵਿੱਚ ਕਾਮਯਾਬ ਨੇ ਜਿਹੜਾ ਸਿੱਖੀ ਨਹੀਂ ਹੈ, ਜਿਹੜਾ ਸਿੱਖੀ ਦੇ ਹਿਸਾਬ ਨਾਲ ਠੀਕ ਨਹੀਂ ਹੈਗਾ, ਮਰਿਆਦਾ ਦੇ ਹਿਸਾਬ ਨਾਲ ਠੀਕ ਨਹੀਂ, ਸਿੱਖ ਫਲਸਫੇ ਦੇ ਹਿਸਾਬ ਨਾਲ ਠੀਕ ਨਹੀਂ। ਬਹੁਤ ਸਾਰੀਆਂ ਝੂਠੀਆਂ ਸੱਚੀਆਂ ਕਹਾਣੀਆਂ ਜੋੜ ਕੇ ਕਿ ਜੀ ਉਹ ਨੌਵੇਂ ਪਾਤਸ਼ਾਹ ਜਿਹੜੇ ਸੀ, ਦਸ਼ਮੇਸ਼ ਪਾਤਸ਼ਾਹ ਜਿਹੜੇ ਸੀ ਉਹ ਆਨੰਦਪੁਰ ਦੇ ਕਿਲੇ ਦੇ ਉੱਤੇ ਖੜੇ ਸੀ,
ਉਹ ਪੱਛਮ ਵੱਲ ਦੇਖ ਰਹੇ ਸੀ ਤੇ ਕਹਿੰਦੇ ਉਧਰੋਂ ਮੇਰਾ ਇੱਕ ਗੋਰਾ ਸਿੱਖ ਆਊਗਾ ਜਿਹੜਾ ਮੂੰਹ ਸਿਰ ਮੁੰਨਿਆ ਹੋਊਗਾ ਇਦਾਂ ਹਨਾ। ਤੇ ਉਹ ਜਿਵੇਂ ਇਦਾਂ ਦੀਆਂ ਝੂਠੀਆਂ ਕਹਾਣੀਆਂ ਬਹੁਤ ਸਾਰੀਆਂ ਬੇਅੰਤ ਨੇਗੀਆਂ ਤੇ ਉਹ ਜੋੜ ਜੋੜ ਕੇ ਜਿਵੇਂ ਆਮ ਤੌਰ ਤੇ ਉਹ ਆਦਤ ਜਿਹੜੀ ਸੀ ਝੂਠੀਆਂ ਕਹਾਣੀਆਂ ਦੇ ਸਿਰ ਦੇ ਉੱਤੇ ਬਾਤਾਂ ਪਾਉਣ ਦੀ, ਉਹ ਜਿਹੜੀ ਹਿੰਦੂ ਨੂੰ ਆਦਤ ਸੀ ਉਹੀ ਬਿਲਕੁਲ ਟਰੈਕ ਜਿਹੜਾ ਹੈਗਾ ਸਾਡੇ ਸਿੱਖ ਸਫਾਂ ਦੇ ਵਿੱਚ ਆ ਗਿਆ ਤੇ ਉਹਦੇ ਹਿਸਾਬ ਦੇ ਨਾਲ ਸਿੱਖੀ ਨੂੰ ਜਿਹੜਾ ਪਲੀਤ ਕੀਤਾ ਜਾ ਰਿਹਾ, ਉਵੇਂ ਹੀ ਹੁਣ ਇਸਲਾਮ ਨੂੰ ਖਾਸ ਤੌਰ ਤੇ ਕਸ਼ਮੀਰੀਆਂ ਨੂੰ ਪਲੀਤ ਕਰਨ ਦੇ ਲਈ ਆਪਦੇ ਧਰਮ ਤੋਂ ਡੇਗਣ ਦੇ ਲਈ ਜਿਹੜੇ ਆ ਯਤਨ ਉਹ ਕੀਤੇ ਜਾਣਗੇ। ਜਿਵੇਂ ਕਿ ਨਸ਼ਿਆਂ ਦੀ ਗੱਲ ਆ ਤਾਂ ਪੰਜਾਬ ਦੇ ਵਾਂਗੂ ਹੀ ਹੁਣ ਉੱਥੇ ਬੜੀ ਵੱਡੀ ਪੱਧਰ ਦੇ ਉੱਤੇ ਕਸ਼ਮੀਰ ਦੇ ਵਿੱਚ ਹੈਰੋਇਨ ਤੇ ਹੋਰ ਨਸ਼ਿਆਂ ਦੀ ਭਰਮਾਰ ਜਿਹੜੀ ਹੈਗੀ ਆ ਉਹ ਹੋਵੇਗੀ। ਤੁਸੀਂ ਦੇਖ ਸਕਦੇ ਹੋ ਕਿ ਜਦੋਂ PDP ਨਾਲ ਰਲ ਕੇ ਭਾਜਪਾ ਨੇ ਸਰਕਾਰ ਬਣਾਈ ਸੀ ਕਸ਼ਮੀਰ ਦੇ ਵਿੱਚ, ਉਸ ਤੋਂ ਬਾਅਦ ਵਿੱਚ ਜਿਹੜਾ ਨਸ਼ਿਆਂ ਦਾ ਕਾਰੋਬਾਰ ਆ ਉੱਥੇ ਸਟੇਟ ਨੇ ਪੂਰੀ ਤਰ੍ਹਾਂ ਐਨ ਜ਼ਿੰਮੇਵਾਰੀ ਦੇ ਨਾਲ ਉੱਥੇ ਇਹ ਰੋਲ ਨਿਭਾਇਆ ਔਰ ਇਹਦੇ ਲਈ ਕੋਈ ਹੋਰ ਜ਼ਿੰਮੇਵਾਰ ਨਹੀਂ ਹੈਗੇ। ਕਸ਼ਮੀਰ ਦੇ ਵਿੱਚ ਉਹ ਲੋਕ ਜਿਹੜੇ ਮਾੜੇ ਕਿਰਦਾਰ ਵਾਲੇ ਸੀ ਉਹਨਾਂ ਨੂੰ ਉਵੇਂ ਵਰਤਿਆ ਗਿਆ ਜਿਵੇਂ ਪੰਜਾਬ ਦੀ ਖਾੜਕੂ ਲਹਿਰ ਮੌਕੇ ਪੁੱਠੇ ਚੱਜਾਂ ਦੇ ਲਈ ਉਹ ਪਿੰਕੀ ਕੈਟ ਵਰਗਿਆਂ ਦੀਆਂ ਗਵਾਹੀਆਂ ਮੌਜੂਦ ਪਈਆਂ ਨੇ ਜਿਹੜੀਆਂ ਸਾਫ਼ ਦੱਸਦੀਆਂ ਨੇ ਕਿ ਕਿਵੇਂ ਸਟੇਟ ਨੇ ਉਹਨਾਂ ਸਾਰੇ ਦੱਲੇ ਬੰਦਿਆਂ ਨੂੰ ਵਰਤਿਆ ਜਿਨ੍ਹਾਂ ਨੇ ਇੱਥੇ ਉਹ ਅਪਰਾਧ ਕੀਤੇ, ਉਹ ਜੁਰਮ ਕੀਤੇ ਜਿਹਦੇ ਨਾਲ ਸਿੱਖ ਜਿਹੜੇ ਖਾਲਿਸਤਾਨੀ ਜੁਝਾਰੂ ਸੀ ਉਹਨਾਂ ਦੇ ਪ੍ਰਤੀ ਲੋਕਾਂ ਦੇ ਮਨਾਂ ਦੇ ਵਿੱਚ ਨਫ਼ਰਤ ਪੈਦਾ ਹੋਵੇ, ਵਿਰੋਧ ਪੈਦਾ ਹੋਵੇ। ਉਵੇਂ ਹੀ ਹਰ ਥਾਂ ਤੋਂ ਇਹੋ ਜਿਹਾ ਐਲੀਮੈਂਟ ਮਿਲ ਜਾਂਦਾ ਹੁੰਦਾ ਤਾਂ ਕਸ਼ਮੀਰ ਦੇ ਵਿੱਚੋਂ ਆਪਦੇ ਕੰਮ ਦੇ ਬੰਦੇ ਛਾਂਟ ਕੇ ਉਹਨਾਂ ਦੇ ਰਾਹੀਂ ਉੱਥੇ ਨਸ਼ੇ ਜਿਹੜੇ ਨੇ ਉਹਨਾਂ ਦਾ ਕਾਰੋਬਾਰ ਕੀਤਾ ਗਿਆ ਔਰ ਕਸ਼ਮੀਰ ਦੇ ਅੱਡ-ਅੱਡ ਹਿੱਸਿਆਂ 'ਚੋਂ ਤੁਹਾਨੂੰ ਇਹੋ ਜਿਹੇ ਸੈਂਕੜੀਆਂ ਖਬਰਾਂ, ਸੈਂਕੜੇ ਇਹੋ ਜਿਹੀਆਂ ਘਟਨਾਵਾਂ ਜਾਂ ਵੀਡੀਓਜ਼ ਮਿਲਦੀਆਂ ਨੇ ਜਦੋਂ ਉੱਥੇ ਜਿਹੜੇ ਉੱਥੋਂ ਦੇ ਲੋਕ ਨੇ, ਲੋਕਲ ਲੋਕ ਨੇ, ਉਹ ਉਹਨਾਂ ਦਾ ਕਟਾਪਾ ਚਾੜ ਰਹੇ ਨੇ ਔਰ ਸਟੇਟ ਨੂੰ ਕਹਿ ਰਹੇ ਨੇ ਕਿ ਇਹਨਾਂ ਨੂੰ ਫੜੋ, ਇਹ ਸਾਡੇ ਧਰਮ ਦੇ ਲੋਕਾਂ ਨੂੰ ਸਾਡੇ ਆਸਥਾ ਤੋਂ ਉਹਨਾਂ ਤੋਂ ਸੱਟ ਰਹੇ ਨੇ, ਨਸ਼ਿਆਂ ਦੇ ਰਾਹ ਪਾ ਰਹੇ ਨੇ। ਤੋ ਜਿਹੜਾ ਪੰਜਾਬ ਦੀ ਧਰਤੀ ਦੇ ਉੱਤੇ ਜੋ ਕੁਝ ਵਾਪਰਿਆ, ਜੋ ਕੁਝ ਸਿੱਖਾਂ ਨੇ ਝੱਲਿਆ, ਉਹੀ ਸਾਰਾ ਕੁਝ ਕਸ਼ਮੀਰ ਦੇ ਵਿੱਚ ਲਾਗੂ ਹੋ ਰਿਹਾ ਤੇ ਉੱਥੋਂ ਦੀ ਡੈਮੋਗ੍ਰਾਫਿਕ ਪਿਕਚਰ ਨੂੰ ਬਦਲਣ ਦੇ ਲਈ ਗੈਰ ਜਿਹੜੇ ਕਸ਼ਮੀਰੀ ਲੋਕ ਨੇ ਜਿਵੇਂ ਪੰਜਾਬ ਦੇ ਵਿੱਚ ਵਸਾਏ ਸੀ ਉਵੇਂ ਵਸਾਉਣੇ ਆ। ਤੇ ਹਾਲ ਇਹ ਆ ਕਿ ਜਿਹਦੇ ਘਰੇ ਮਤਲਬ ਕਿ ਲੈਟਰਿਨ ਦੇ ਵਿੱਚ, ਬਾਥਰੂਮ ਦੇ ਵਿੱਚ ਕੁੰਡੀ ਨਹੀਂ ਲੱਗੀ ਹੋਈ, ਫੜ ਕੇ ਬਹਿਣਾ ਪੈਂਦਾ, ਉਹ ਬੰਦੇ ਸੋਸ਼ਲ ਮੀਡੀਆ ਤੇ ਸਟੇਟਸ ਲਿਖ ਰਹੇ ਨੇ ਕਿ ਹੁਣੇ ਜਾ ਕੇ ਬਸ ਕਸ਼ਮੀਰ 'ਚ ਹੁਣ ਆਪਾਂ ਇੰਨੇ ਜੋਗੇ ਹੋ ਗਏ ਆ ਜੀ, ਜਿਹੜਾ ਮੋਦੀ ਨੇ ਕਰਤਾ ਹੈਗਾ ਕਮਾਲ, ਹੁਣ ਆਪਾਂ ਜਾ ਕੇ ਉੱਥੇ ਪਲਾਟ ਲੈਣਾ। ਦੀਵਾਨੀ ਜੇਬ 'ਚ ਨਹੀਂ ਹੈਗੀ ਪਰ ਕਿਉਂਕਿ ਅੰਦਰ ਉਹ ਇੱਕ ਫਿਰਕੂਪੁਣਾ ਭਰਿਆ ਹੋਇਆ, ਉਹਦੇ ਕਰਕੇ ਜਾਣੀ ਕਿ ਆਪਦੇ ਆਪ ਨੂੰ ਇੱਕ ਮਹਾਨ ਯੋਧਾ ਮਤਲਬ ਮੰਨਿਆ ਜਾ ਰਿਹਾ ਕਿ ਮੈਂ ਹੁਣ ਇੰਦਰ ਤੇ ਵਿਸ਼ਨੂੰ ਦਾ ਅਵਤਾਰ ਹਾਂ ਤੇ ਹੁਣ ਮੈਂ ਕਸ਼ਮੀਰ ਦੇ ਵਿੱਚ ਜਾ ਕੇ ਉਹ ਰਾਖਸ਼ ਨੇ, ਮੈਂ ਉਹਨਾਂ ਦਾ ਮਲੀਆ ਮੇਟ ਕਰਨਾ ਤੇ ਉੱਥੇ ਮੈਂ ਜਾ ਕੇ ਐਂ ਕਰ ਦਾਂਗਾ, ਉਹ ਕਰ ਦਿਆਂਗਾ। ਤਾਂ ਉੱਥੇ ਦੇ ਲੋਕਾਂ ਨੂੰ ਵੀ ਸਿੱਖਾਂ ਵਾਂਗੂ ਵਿਚਾਰਧਾਰਕ ਤੌਰ ਦੇ ਉੱਤੇ ਤੇ ਹਥਿਆਰਬੰਦ ਤੌਰ ਦੇ ਉੱਤੇ ਘੇਰ ਕੇ ਉਹਨਾਂ ਤੋਂ ਉਹਨਾਂ ਦਾ ਏਜੰਡਾ ਛਡਵਾਉਣ ਦੇ ਲਈ ਯਤਨ ਕੀਤੇ ਜਾ ਰਹੇ ਨੇ। ਇਹਦੀ ਜਿਹੜੀ ਸਥਿਤੀ ਆ ਉੱਥੇ ਕਸ਼ਮੀਰੀ ਲੋਕਾਂ ਦੀ ਮਾਨਸਿਕਤਾ ਜੇ ਸਮਝਣੀ ਹੋਵੇ ਤਾਂ ਇੱਕ ਜਿਹੜੀ ਹੈਦਰ ਫਿਲਮ ਆਈ ਆ, ਉਸ ਫਿਲਮ ਦਾ ਜਿਹੜਾ ਮੁਕਤਾ ਹੈ ਜਾਂ ਉਹਦਾ ਕੇਂਦਰੀ ਸਥਾਨ ਆ, ਜਦੋਂ ਇੱਕ ਥਾਂ ਦੇ ਉੱਤੇ ਲਾਲ ਚੌਂਕ ਦੇ ਵਿੱਚ ਸ਼੍ਰੀਨਗਰ ਦੇ ਵਿੱਚ ਉਹ ਦ੍ਰਿਸ਼ ਫਿਲਮਾਇਆ ਹੋਇਆ ਫਿਲਮ ਦਾ, ਉਹਦੇ ਵਿੱਚ ਜਦੋਂ ਉੱਥੇ ਅਸੀਂ ਦੇਖਦੇ ਹਾਂ ਵੀ ਉਹ ਹੈਦਰ ਜਿਹੜਾ ਕਰੈਕਟਰ ਆ, ਕਿਰਦਾਰ ਆ, ਉਹ ਖੜਾ ਤੇ ਲੋਕਾਂ ਦੇ ਵਿਚਾਲੇ ਉਹ ਜਦੋਂ ਗੱਲ ਕਹਿੰਦਾ ਹੈਲੋ ਹੈਲੋ ਵੀ ਮੇਰੀ ਆਵਾਜ਼ ਆਪਕੋ ਆ ਰਹੀ ਹੈ, ਤੇ ਉਹ ਉੱਥੇ ਸਾਫ਼ ਮਤਲਬ ਬੰਦੇ ਨੂੰ ਮਹਿਸੂਸ ਹੁੰਦਾ ਕਿ ਇਹ ਜਿਹੜਾ ਸ਼ਾਹਿਦ ਕਪੂਰ ਆ ਜਿਹੜੀ ਇਹ ਗੱਲ ਕਹਿ ਰਿਹਾ ਵੀ ਆਪ ਲੋਗੋਂ ਕੋ ਮੇਰੀ ਆਵਾਜ਼ ਆ ਰਹੀ ਹੈ, ਸਾਨੂੰ ਕਸ਼ਮੀਰ ਤੋਂ ਅਸਲ ਵਿੱਚ ਕੋਈ ਆਵਾਜ਼ ਨਹੀਂ ਆਉਂਦੀ ਕਿਉਂਕਿ ਜਿਹੜੀ ਆਵਾਜ਼ ਸਾਡੇ ਕੋਲੇ ਪਹੁੰਚਦੀ ਆ ਉਹ ਮੀਡੀਆ ਦੀ ਹੁੰਦੀ ਆ ਤੇ ਉਹ ਮੀਡੀਆ ਇੰਡੀਆ ਦਾ, ਉਹ ਦਿੱਲੀ ਦਾ, ਉਹ ਬ੍ਰਾਹਮਣ ਦਾ, ਉਹ ਆਰੀਅਨ ਨਸਲ ਦਾ ਮੀਡੀਆ ਵਾ, ਉਹਦੇ ਤੋਂ ਵੱਖਰੀ ਕੋਈ ਗੱਲ ਸਾਡੇ ਤੱਕ ਨਹੀਂ ਉਪੜਦੀ ਹੁੰਦੀ। ਕਸ਼ਮੀਰ ਦਾ ਦਰਦ ਕਸ਼ਮੀਰ ਦੇ ਲੋਕਾਂ ਦੇ ਕੋਲੋਂ ਹੀ ਸਮਝਿਆ ਜਾ ਸਕਦਾ। ਕਸ਼ਮੀਰ ਦੇ ਢਿੱਡ ਦੀ ਗੱਲ ਜਿਹੜੀ ਅੰਦਰਲੀ ਗੱਲ ਆ ਉਹਨੂੰ ਸਮਝਣ ਲਈ ਸਾਨੂੰ ਕਸ਼ਮੀਰੀ ਆਵਾਮ ਦੇ ਨਾਲ ਰਾਬਤਾ ਕਰਨ ਦੀ ਲੋੜ ਆ। ਪਰ ਅਫਸੋਸ ਕਿ ਹੁਣ ਉੱਥੇ ਚੱਪੇ ਚੱਪੇ ਦੇ ਉੱਤੇ ਖਾਕੀ ਵਰਦੀ ਆ ਜਿਹੜੀ ਉਸ ਜੰਨਤ ਨੂੰ ਨਰਕ ਬਣਾ ਦੇਣ ਦੇ ਲਈ ਪਹੁੰਚ ਗਈ ਆ। ਤੇ ਭਾਰਤ ਦੇ ਜਿਹੜੇ ਲੋਕ ਨੇ ਉਹ ਇੱਕ ਬਹੁਤ ਵੱਡੇ ਭਰਮ 'ਚ ਨੇ ਵੀ ਖਨੀ ਕਸ਼ਮੀਰੀ ਲੋਕ ਜਿਹੜੇ ਨੇ ਬੜੇ ਜ਼ਾਲਮ ਨੇ, ਬੜੇ ਬੇਕਰਕ ਨੇ। ਇਹ ਉਵੇਂ ਦੀ ਗੱਲ ਆ ਜਿਵੇਂ ਜਦੋਂ
ਪੰਜਾਬ ਦੀ ਧਰਤੀ ਉੱਤੇ ਸਿੱਖ ਜੁਝਾਰੂ ਲਹਿਰ ਸਿਖਰ ਤੇ ਸੀ, ਉਦੋਂ ਇੰਡੀਅਨ ਬ੍ਰਾਹਮਣਵਾਦੀ ਆਰੀਅਨ ਨਸਲ ਦੇ ਜਿਹੜਾ ਮੀਡੀਆ ਸੀਗਾ, ਹੁਣ ਤਾਂ ਇਹਨਾਂ ਕੋਲੇ ਹੋਰ ਵੀ ਜ਼ਿਆਦਾ ਟ੍ਰੋਲਿੰਗ ਕਰਨ ਦੇ ਲਈ ਮੀਡੀਆ ਦੇ ਉੱਤੇ, ਸੋਸ਼ਲ ਮੀਡੀਆ ਦੇ ਉੱਤੇ ਬਕਵਾਸ ਲਿਖਣ ਦੇ ਲਈ ਕਰੋੜਾਂ ਬੰਦੇ ਜਿਹੜੇ ਨੇ ਉਹ ਭਰਤੀ ਕੀਤੇ ਹੋਏ ਨੇ। ਵਿਚਾਰੇ ਗਰੀਬ ਘਰਾਂ ਦੇ ਮੁੰਡੇ ਕੁੜੀਆਂ ਜਿਨ੍ਹਾਂ ਨੂੰ ਮਤਲਬ ਕਹਿ ਦਿੰਦੇ ਨੇ ਕਿ 30,000 ਰੁਪਇਆ 1000 ਰੁਪਇਆ ਦਿਹਾੜੀ ਤੇ ਤੁਹਾਨੂੰ ਰੱਖਿਆ ਤੇ ਤੁਸੀਂ ਇੱਥੇ ਬਹਿ ਕੇ ਜਿਹੜਾ ਏਜੰਡਾ ਤੁਹਾਨੂੰ ਅਸੀਂ ਦਿਆਂਗੇ ਬੀਜੇਪੀ ਵੱਲੋਂ ਜਾਂ ਆਰਐਸਐਸ ਵੱਲੋਂ, ਤੁਸੀਂ ਉਹਦੇ ਤਹਿਤ ਮਾਹੌਲ ਕ੍ਰੀਏਟ ਕਰਨੇ ਆ। ਇਸ ਤਰ੍ਹਾਂ ਦੇ ਲੋਕ ਉਹਨਾਂ ਨੂੰ ਕਿਰਾਏ ਤੇ ਮਿਲ ਜਾਂਦੇ ਨੇ। ਤੋ ਇਵੇਂ ਦੇ ਜਿਹੜੇ ਹੈਗੇ ਆ ਟੈਲੀਵਿਜ਼ਨ ਚੈਨਲਾਂ ਵਾਲੇ, ਇਵੇਂ ਦੇ ਹੀ ਹੋਰ ਜਿਹੜੇ ਮੀਡੀਆ ਦੇ ਵਿੱਚ ਆ, ਉਦੋਂ ਸਾਡੇ ਵੇਲਿਆਂ ਦੇ ਵਿੱਚ ਤਾਂ ਪ੍ਰਿੰਟ ਮੀਡੀਆ ਹੁੰਦਾ ਸੀ ਜਦੋਂ ਸਿੱਖ ਸੰਘਰਸ਼ ਦਾ ਜੋਬਨ ਸੀਗਾ, ਉਹਨਾਂ ਦੇ ਰਾਹੀਂ ਵੀ ਇਹੋ ਜਿਹਾ ਮਾਹੌਲ ਬਣਾਤਾ ਕਿ ਪੰਜਾਬ ਤੋਂ ਬਾਹਰ ਲੋਕ ਇਹ ਸਮਝਦੇ ਸੀਗੇ ਕਿ ਸਿੱਖਾਂ ਦੇ ਮੁੰਡੇ ਤੜਕੇ ਉੱਠ ਕੇ ਚਾਹ ਪਾਣੀ ਪੀਂਦੇ ਆ, ਬਾਰੀ ਖੋਲਦੇ ਆ, ਉਹਦੇ ਵਿੱਚੋਂ AK-47 ਤੇ ਅਸਲਾ ਉਸਲਾ ਚੱਕਦੇ ਆ, ਮੋਟਰਸਾਈਕਲ ਚੱਕਦੇ ਆ ਤੇ ਆਪਦੇ ਸਾਥੀਆਂ ਦੇ ਨਾਲ ਅੱਗੇ ਜਾ ਕੇ ਜੇ ਕੋਈ ਉਹਨਾਂ ਨੂੰ ਪੈਟਰੋਲ ਪੰਪ ਮਿਲ ਪਿਆ ਉੱਥੋਂ ਤੇਲ ਦੀ ਟੈਂਕੀ ਫੁੱਲ ਕਰਾਈ ਤੇ ਠਾਹ ਗੋਲੀ ਮਾਰੀ ਉਹਦੇ ਪੰਪ ਵਾਲੇ ਦੇ, ਉਦੋਂ ਸਾਰਾ ਬੈਗ ਬੂਗ ਖੋਲਿਆ, ਪੈਸੇ ਪੂਸੇ ਖੋਲੇ, ਫਿਰ ਅੱਗੇ ਚਲੇ ਗਏ, ਬੈਂਕ ਆ ਗਈ, ਬੈਂਕ 'ਚ ਵੜ ਗਏ ਤੇ ਬੈਂਕ ਵਾਲਾ ਲੁੱਟ ਲਿਆ। ਤੇ ਫਿਰ ਅੱਗੇ ਜੇ ਕੋਈ ਲਾਲਾ ਲੂਲਾ ਆਉਂਦਾ ਉਹਦੇ ਮੁੰਡਾ ਚੱਕ ਲਿਆ ਤੇ ਉਹਨੂੰ ਕਿਹਾ ਵੀ ਪੈਸੇ ਕੱਢ, ਤੇ ਫਿਰ ਅੱਗੇ ਜਾ ਕੇ ਜੇ ਕੋਈ ਬਾਜ਼ਾਰ 'ਚ ਜਾਂ ਕਿਸੇ ਹੋਰ ਥਾਂ ਤੇ ਹਿੰਦੂ ਫਿਰਦੇ ਆ ਉਹਨਾਂ ਨੂੰ ਗੋਲੀਆਂ ਗਾਲੀਆਂ ਮਾਰ ਕੇ ਆਥਣ ਤਿੱਕਰ ਮਤਲਬ ਇਦਾਂ ਦੀਆਂ 15-20 ਘਟਨਾਵਾਂ ਕਰਕੇ ਆਰਾਮ ਨਾਲ ਰਜਾਈਆਂ ਲੈ ਕੇ ਆ ਕੇ ਪੈ ਜਾਂਦੇ ਆ, ਫਿਰ ਸਵੇਰੇ ਅਗਲੇ ਦਿਨ ਖਨੀ ਫੇਰ ਇਹ ਕੰਮ ਕਰਦੇ ਆ। ਸੋ ਇਸ ਤਰੀਕੇ ਦੀ ਬਾਹਰ ਪੰਜਾਬ ਤੋਂ ਅਕਸ ਜਿਹੜਾ ਸੀਗਾ ਸਿੱਖਾਂ ਦਾ ਬਣਾਤਾ ਵੀ ਇਹ ਤਾਂ ਜਿਹੜੇ ਸਰਦਾਰ ਨੇ ਨਾ ਪੀਲੇ ਭਰਨੇ ਵਾਲੇ ਖਾਸ ਤੌਰ ਦੇ ਉੱਤੇ, ਇਹ ਬੜੇ ਸਿਰਫਰੇ ਜੇ ਬੇਕਿਰਕ ਹਥਿਆਰੇ ਨੇ, ਕੋਈ ਇਹਨਾਂ ਦੇ ਦਿਲ ਦਿਮਾਗ 'ਚ ਗੱਲ ਨਹੀਂ ਔਰ ਇਹਨਾਂ ਦੀ ਕੋਈ ਸੋਚ ਨਹੀਂ ਹੈਗੀ, ਇਹਨਾਂ ਦਾ ਸਿਰ ਖਾਲੀ ਨੇ ਤੇ ਇਹ ਬੰਦੇ ਬਿਨਾਂ ਦਿਮਾਗ ਤੋਂ ਇੱਕ ਮਤਲਬ ਮਾਰ ਮਰਈਆ ਕਰਨ ਦੇ ਇੱਛਕ ਨੇ ਔਰ ਇਹ ਪੂਰਾ ਇਹਨਾਂ ਨੂੰ ਜਨੂਨ ਚੜਿਆ ਹੋਇਆ, ਇਹ ਫਿਰਕੂ ਨੇ, ਇਹ ਇਦਾਂ ਕਰਦੇ ਫਿਰਦੇ ਆ। ਤੇ ਜਦੋਂ ਕੋਈ ਬੰਦਾ ਪੰਜਾਬ ਤੋਂ ਬਾਹਰਲਾ ਕਿਸੇ ਢੰਗ ਤਰੀਕੇ ਨਾਲ ਕਿਸੇ ਕੰਮ ਜਾਂ ਕਿਸੇ ਹੋਰ ਕੰਮ ਪੰਜਾਬ ਨੂੰ ਤੁਰਦਾ ਸੀਗਾ, ਉਹ ਫਿਰ ਬਾਹਰ ਉਹਦੇ ਘਰਦਿਆਂ ਨੇ ਅਰਦਾਸਾਂ ਕਰਨੀਆਂ, ਸੁੱਖਣੀਆਂ ਵੀ ਤੂੰ ਕਿਤੇ ਉੱਥੇ ਜਾ ਕੇ ਪਤਾ ਨਹੀਂ ਤੂੰ ਕਿਹੜੇ ਮੌਤ ਦੇ ਘਰ 'ਚ ਚੱਲਿਆ ਹੈਗਾ ਤੇ ਤੂੰ ਕਿਤੇ ਸੁੱਖੀ ਸਾਂਦੀ ਆ ਜਾਵੇਂ ਤਾਂ ਬੜੀ ਵੱਡੀ ਗੱਲ ਆ ਤੇ ਤੂੰ ਕਿਹੜੇ ਚੱਕਰ 'ਚ ਪੈ ਗਿਆ। ਉਵੇਂ ਦਾ ਹੀ ਮਾਹੌਲ ਜਿਹੜਾ ਕਸ਼ਮੀਰ ਬਾਰੇ ਹਰੇਕ ਕਸ਼ਮੀਰੀ ਦੇ ਖਿਲਾਫ ਸਾਡੇ ਮਨਾਂ 'ਚ ਜ਼ਹਿਰ ਭਰਨ ਦੇ ਲਈ ਬਣਾਇਆ ਹੋਇਆ। ਪਰ ਕਸ਼ਮੀਰ ਦੇ ਲੋਕ ਜਿਹੜੇ ਨੇ ਉਹਨਾਂ ਪਿੰਡਾਂ 'ਚ ਉਹਨਾਂ ਘਰਾਂ 'ਚ ਅਸੀਂ ਮਤਲਬ ਰਹਿ ਕੇ ਆਏ ਆ, ਉੱਥੇ ਬੜੇ ਚੰਗੇ ਲੋਕ ਨੇ, ਬੜੇ ਵਧੀਆ ਲੋਕ ਨੇ, ਬਹੁਤ ਪਿਆਰ ਕਰਦੇ ਲੋਕ ਨੇ ਔਰ ਆਪਦੀ ਗੱਲ ਦੱਸਣ ਦੇ ਲਈ ਉਹ ਲੱਭਦੇ ਫਿਰਦੇ ਨੇ। ਉਹ ਤਾਂ ਇੱਕ ਆਪਦੇ ਪੀੜ ਨੂੰ, ਆਪਦੀ ਅੰਦਰਲੀ ਭਾਵਨਾ ਨੂੰ ਵਿਅਕਤ ਕਰਨ ਦੇ ਲਈ ਕਿ ਸਾਨੂੰ ਪੁੱਛੋ ਤਾਂ ਸਹੀ ਅਸੀਂ ਕਿਉਂ ਇਦਾਂ ਜਿਹੜੇ ਹੈਗੇ ਆ ਇਸ ਮਾਹੌਲ ਵਿੱਚ ਦੁਖੀ ਆ। ਤਾਂ ਉਹ ਦੁਖੀ ਲੋਕਾਂ ਦਾ ਪੱਖ ਸਮਝਣ ਦੇ ਲਈ ਉਹਨਾਂ ਦੇ ਕੋਲ ਜਾਣਾ ਪੈਂਦਾ। ਤੇ ਇਹ ਇੰਡੀਅਨ ਮੀਡੀਆ ਦਾ ਜਾਂ ਭਾਰਤੀ ਹਕੂਮਤੀ ਮਸ਼ੀਨਰੀ ਦਾ ਕਮਾਲ ਹੈ ਕਿ ਉਹ ਇਹੋ ਜਿਹਾ ਮਾਹੌਲ ਬਣਾ ਕੇ ਰੱਖਦੇ ਆ, ਜਿਹੜਾ ਮਾਹੌਲ ਜਿਹੜਾ ਹੈ ਉਹ ਸਾਨੂੰ ਉਹਨਾਂ ਲੋਕਾਂ ਦੇ ਖਿਲਾਫ ਪਹਿਲਾਂ ਹੀ ਕਰ ਦਿੰਦਾ ਕਿ ਅਸੀਂ ਕਸ਼ਮੀਰੀ ਤਾਂ ਬੜੇ ਗੰਦੇ ਹੁੰਦੇ, ਆਪਾਂ ਇਹਨਾਂ ਤੋਂ ਕੀ ਲੈਣਾ। ਤੋ ਇਸ ਤਰੀਕੇ ਦੇ ਨਾਲ ਸਿੱਖਾਂ ਬਾਰੇ ਵੀ ਕੀਤਾ ਗਿਆ ਸੀ। ਤੇ ਜਦੋਂ CRP ਵਾਲੇ ਇੱਥੇ ਆਏ ਤਾਂ ਉਹ ਕਈਆਂ ਨੇ ਕਹਿਣਾ ਅਰੇ ਹਮ ਤੋਂ ਸੋਚਤੇ ਥੇ ਵਹਾਂ ਜੋ ਸਿੱਖ ਹੈ वो हिंदुओं का कत्लेआम कर रहे हैं, लेकिन यहाँ तो ये है कि अगर किसी हिंदू के घर में शादी है तो जो सिख है वो ट्राली में सामान भर के, आलू गंढे भर के उसके घर में लेकर आ रहा है और जितना हिंदू के घर में सामान आना है वो सरदार की ट्राली में आना है। ट्रैक्टर लेकर उसका लड़का दिन रात घूम रहा है कि हिंदू के घर में शादी है। अगर किसी बाजार में देखो तो हिंदू अगली सीट पे बैठ के स्कूटर चला रहा है और पीछे सरदार बैठा है। तो ये तो यहाँ पे तो वो बात है ही नहीं जो हमें बताई गई थी। तो ਇਹੋ ਜਿਹੀਆਂ ਗੱਲਾਂ ਜਿਹੜੀਆਂ ਸੀ ਪੰਜਾਬ ਦੇ ਵਿੱਚ ਵੀ ਅਸੀਂ ਵਾਪਰਦੀਆਂ ਦੇਖੀਆਂ, ਹੁਣ ਕਸ਼ਮੀਰ 'ਚ ਵਾ ਤੇ ਕਸ਼ਮੀਰ ਦੇ ਵਿੱਚ ਪੱਗਾਂ ਵਾਲੀ ਫੌਜ ਸਰਦਾਰਾਂ ਨੂੰ ਉੱਥੇ ਮੋਹਰੀ ਕੀਤਾ ਹੋਇਆ ਤੇ ਜਿਹੜਾ ਸਿੱਖ ਅਫਸਰ ਆ ਉਹਦੇ ਰਾਹੀਂ ਉਹਨੂੰ ਮਤਲਬ ਕਿ ਜਿਵੇਂ ਪੰਜਾਬ ਦੇ ਵਿੱਚ ਸਿੱਖਾਂ ਦਾ ਘਾਣ ਕਰਨ ਦੇ ਲਈ ਇੱਥੇ ਫਿਰ ਸਿੱਖ ਵਰਤੇ ਗਏ ਸੀ। ਕਰਨਲ ਜਿਹੜਾ ਮੇਜਰ ਜਨਰਲ ਕੁਲਦੀਪ ਸਿੰਘ ਬਰਾੜ ਸੀ ਜਾਂ ਹੋਰ ਬੜੇ ਅਫਸਰ ਸੀਗੇ, ਸਾਰੇ ਸਰਦਾਰ ਸਿੱਖ ਪਰਿਵਾਰਾਂ ਚੋਂ ਸੀਗੇ ਤੇ KPS ਗਿੱਲ ਵੀ ਸਿੱਖਾਂ ਚੋਂ ਵਰਤਿਆ ਗਿਆ। ਉਵੇਂ ਹੀ ਹੁਣ ਉੱਥੇ ਸਿੱਖਾਂ ਨੂੰ ਵਰਤਿਆ ਜਾਣਾ ਕਿਉਂਕਿ ਕਸ਼ਮੀਰੀਆਂ ਦਾ ਤੇ ਸਿੱਖਾਂ ਦਾ ਜਿਹੜਾ ਵਿਰੋਧ ਆ, ਜਿਹੜੀ ਦੁਸ਼ਮਣੀ ਆ, ਉਹ ਬਣਾਉਣੀ ਬੜੀ ਜ਼ਰੂਰੀ ਆ ਸਰਕਾਰ ਲਈ। ਤਾਂ ਉੱਥੇ ਜਿਹੜਾ ਹੈ ਇਹ ਕੰਮ ਪੂਰੇ ਵਧੀਆ ਤਰੀਕੇ ਨਾਲ ਕੀਤਾ ਜਾ ਰਿਹਾ ਤੇ ਰੋਜ਼ ਹੀ ਇੱਕ ਸਿੱਖ ਜਿਹੜਾ ਹੈਗਾ ਉਹ ਟੈਲੀਵਿਜ਼ਨ ਚੈਨਲਾਂ ਦੇ ਉੱਤੇ ਆ ਕੇ ਬਹਿੰਦਾ ਤੇ ਆ ਕੇ ਫਿਰ ਉਹ ਪੂਰੀ ਦਹਾਈਆਂ ਪਾਉਂਦਾ ਕਿ ਅਸੀਂ ਇੱਥੇ ਕਸ਼ਮੀਰੀਆਂ ਦਾ ਐਂ ਕਰ ਦਿਆਂਗੇ, ਉਹ ਕਰ ਦਿਆਂਗੇ। ਸੋ ਭਾਰਤੀ ਹਕੂਮਤੀ ਮਸ਼ੀਨਰੀ ਜਿਹੜੀ ਆ ਉਹ ਕਸ਼ਮੀਰ ਦੇ ਵਿੱਚ ਸਿੱਖਾਂ ਦਾ ਜਿਵੇਂ ਘਾਣ ਪੰਜਾਬ 'ਚ ਹੋਇਆ ਸੀ ਉਵੇਂ ਉੱਥੇ ਕਰਨ ਦੇ ਲਈ ਪੂਰੇ ਆਪਦਾ ਏਜੰਡੇ ਦੇ ਤਹਿਤ ਅੱਗੇ ਵਧ ਰਹੀ ਆ। ਔਰ ਇਸ ਚੀਜ਼ ਦੇ ਮੌਕੇ, ਇਸ ਗੱਲ ਦੇ ਮੌਕੇ ਸਿੱਖਾਂ ਦਾ ਹੱਕ ਬਣਦਾ, ਫਰਜ਼ ਬਣਦਾ ਕਿ ਹਾਂ ਦਾ ਨਾਰਾ ਮਾਰਿਆ ਜਾਵੇ। ਤਾਂ ਕਸ਼ਮੀਰ ਦੇ ਲੋਕਾਂ ਦੇ ਨਾਲ ਖੜਨ ਦਾ ਵੇਲਾ
ਸੋ ਇਸ ਮੌਕੇ ਇੰਨੀ ਕੁ ਚਰਚਾ ਕਰਦਿਆਂ ਹੋਇਆਂ ਫਿਰ ਇਹਦੇ ਉੱਤੇ ਹੋਰ ਚਰਚਾ ਕਰਾਂਗੇ ਕਿ ਕਿਵੇਂ ਪੰਜਾਬ ਅਤੇ ਪੰਥ ਨੂੰ, ਕਿਵੇਂ ਕਸ਼ਮੀਰੀਆਂ ਨੂੰ ਅੱਗੇ ਵਧਣਾ ਚਾਹੀਦਾ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨਾ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।